ਸਾਡੇ ਜਿਹੜੇ ਸਰੋਤੇ ਨੇ ਉਹ ਵਧਾਈ ਦੇ ਪਾਤਰ ਨੇ, ਉਹ ਲੱਕੀ ਨੇ, ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਪਰਿਵਾਰ ਵਰਗਾ ਪਲੇਟਫਾਰਮ ਮਿਲਿਆ, ਜਿਹੜਾ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਦੀ ਅੰਦਰ ਛੁਪੀ ਹੋਈ ਕਲਾ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ, ਹੋਰ ਬਹੁਤ ਸਾਰੇ ਉਪਰਾਲੇ ਕਰ ਰਿਹਾ ਹੈ। ਤਾਂ ਪ੍ਰਵਾਸ ਨਾਲ ਜੁੜੇ ਰਹੋ। ਇਹ ਸਿਹਤ ਵਾਲਾ ਪਹਿਲੂ ਜਿਹੜਾ ਹੈ, ਇਹਦੇ ਨਾਲ ਵੀ ਆਪਾਂ ਕਾਫੀ ਸਾਰੀਆਂ ਚੀਜ਼ਾਂ ਨੂੰ ਜਾਣ ਸਕਦੇ ਹਾਂ, ਸਿੱਖ ਸਕਦੇ ਹਾਂ। ਅੱਜ ਸਾਡਾ ਜਿਹੜਾ ਟੌਪਿਕ ਹੈ ਜੀ, ਅੱਜ ਆਪਾਂ ਗੱਲ ਕਰਾਂਗੇ ਦਵਾਈਆਂ ਤੇ। ਦਵਾਈਆਂ ਖਾਸ ਤੌਰ ਤੇ ਅੰਗਰੇਜ਼ੀ ਦਵਾਈਆਂ ਤੇ, ਕਿਉਂਕਿ ਦਵਾਈਆਂ ਦੀ ਜਦੋਂ ਗੱਲ ਆਉਂਦੀ ਹੈ ਤੇ ਅੰਗਰੇਜ਼ੀ ਦਵਾਈਆਂ ਦੇ ਜ਼ਿਕਰ ਆਉਂਦਾ ਹੈ, ਦਵਾਈਆਂ ਉਹਨਾਂ ਨੂੰ ਸਮਝਿਆ ਜਾਂਦਾ ਹੈ। ਤੇ ਅੱਜ ਸਮਝਾਂਗੇ ਇਸ ਗੱਲ ਨੂੰ ਕਿ ਦਵਾਈਆਂ ਕੀ ਹੁੰਦੀਆਂ ਨੇ, ਕਿਵੇਂ ਕੰਮ ਕਰਦੀਆਂ ਨੇ। ਸਾਨੂੰ ਜਿਹੜੀਆਂ ਦਵਾਈਆਂ ਨੂੰ ਅਸੀਂ ਨਾ ਪ੍ਰਸ਼ਾਦ ਵਾਂਗੂ ਖਾਈ ਜਾਂਦੇ ਹਾਂ, ਉਸ ਵਿੱਚ ਸਾਡੇ ਸਰੀਰ ਦੇ ਅੰਦਰ ਜਾ ਕੇ ਕਰਦੀਆਂ ਕੀ ਨੇ, ਕਿਵੇਂ ਕੰਮ ਕਰਦੀਆਂ ਨੇ, ਸਾਡੇ ਸਰੀਰ ਦਾ ਸਿਸਟਮ ਕੀ ਹੁੰਦਾ ਹੈ। ਇਸ ਤੋਂ ਪਹਿਲਾਂ ਮੈਂ ਇੱਕ ਦੋ ਚੰਗੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸਰੋਤਿਆਂ ਨਾਲ। ਬਹੁਤ ਖੁਸ਼ੀ ਦੀਆਂ ਕੁਝ ਖਬਰਾਂ ਨੇ ਜੀ, ਕਿਉਂਕਿ ਕੋਰੋਨਾ ਕਾਲ ਜਿਹੜਾ ਹੈ, ਪਿਛਲੇ ਲਗਭਗ 1.5 ਸਾਲ ਦਾ ਸਮਾਂ ਹੈ ਜਿਹੜਾ, ਇਹਦੇ ਵਿੱਚ ਲੋਕਾਂ ਨੇ ਬਹੁਤ ਸਾਰੇ ਐਕਸਪੀਰੀਅੰਸ ਹਾਸਲ ਕੀਤੇ ਨੇ ਜੀ। ਲੋਕਾਂ ਨੂੰ ਇਹ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਸੁਰੱਖਿਅਤ ਹੋ ਗਏ ਹਾਂ। ਤਾਂ ਇਹ ਵਹਿਮ ਲੋਕਾਂ ਦਾ ਕਾਫੀ ਹੱਦ ਤੱਕ ਟੁੱਟ ਗਿਆ ਇਸ ਕੋਰੋਨਾ ਕਾਲ ਦੇ ਵਿੱਚ ਜੀ, ਕਿਉਂਕਿ ਦੇਖਿਆ ਇਹ ਗਿਆ ਕਿ ਜਿਹੜੇ ਲੋਕ ਹਸਪਤਾਲ ਨਹੀਂ ਗਏ ਉਹ ਬੜੇ ਆਰਾਮ ਨਾਲ ਠੀਕ ਹੋ ਗਏ ਤੇ ਬਚ ਗਏ ਜੀ। ਜਿਹੜੇ ਲੋਕ ਹਸਪਤਾਲ ਗਏ, ਤੁਸੀਂ ਉਂਝ ਵੀ ਆਪਾਂ ਗੱਲ ਕਰਦੇ ਹਾਂ, ਇੱਕ ਬਹੁਤ ਵੱਡੀ ਗੱਲ ਕਹਿਣ ਲੱਗਿਆ ਮੈਂ ਕਿ ਕੋਰੋਨਾ ਨਾਲ ਪੀੜਤ ਉਹ ਵਿਅਕਤੀ ਜਿਹੜਾ ਹਸਪਤਾਲ ਨਹੀਂ ਗਿਆ, ਉਹਦੀ ਮੌਤ ਨਹੀਂ ਹੋਈ ਜੀ, ਉਹ ਬਚ ਗਿਆ। ਲੇਕਿਨ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਉਹ ਦੋਸਤ ਜਿਨ੍ਹਾਂ ਦੇ ਮੈਂ ਕਹਿੰਦਾ ਕਈ ਵਾਰ ਕੀ ਹੁੰਦਾ ਹੈ, ਸਾਡਾ ਤਾਂ ਜੀ ਬੇਟਾ ਡਾਕਟਰ ਹੈ, ਸਾਡੀ ਬੇਟੀ ਡਾਕਟਰ ਹੈ, ਸਾਡਾ ਭਤੀਜਾ ਡਾਕਟਰ ਹੈ, ਸਾਡਾ ਭਰਾ ਡਾਕਟਰ, ਤਾਂ ਸਾਨੂੰ ਇਹ ਗੱਲਾਂ ਬੁਰੀ ਜੀ ਇਹ ਡਾਕਟਰਾਂ ਦੇ ਹਸਪਤਾਲ ਦੇ ਖਿਲਾਫ ਐਵੇਂ ਹੀ ਬੋਲੀ ਜਾਂਦੇ ਨੇ, ਜਦੋਂ ਕਿ ਹਸਪਤਾਲ ਜਾਣ ਤੋਂ ਬਿਨਾਂ ਤਾਂ ਆਪਾਂ ਬਾਤ ਹੀ ਨਹੀਂ ਸਕਦੇ। ਠੀਕ ਹੈ। ਤਾਂ ਮੈਂ ਚੰਗੀ ਖਬਰ ਜਿਹੜੀ ਸੁਣਾਉਣ ਲੱਗਿਆ ਸੀ ਉਹ ਸੀ ਵੀ, ਪਹਿਲੀ ਖਬਰ ਤਾਂ ਇਹ ਸੀ ਕਿ ਮਹਾਰਾਸ਼ਟਰ ਦਾ ਇੱਕ ਜ਼ਿਲ੍ਹਾ ਹੈ ਅਹਿਮਦਨਗਰ, ਉੱਥੋਂ ਦੇ ਇੱਕ ਪਿੰਡ ਦੇ ਵਿੱਚ ਇੱਕ ਵਿਧਾਨ ਸਭਾ ਮੈਂਬਰ ਹੈ, MLA ਨੇ ਇਹ ਉਪਰਾਲਾ ਕੀਤਾ ਕਿ ਇੱਕ ਕੋਵਿਡ ਸੈਂਟਰ ਸੀ ਉੱਥੇ, ਉਹਨੂੰ ਉਹਨਾਂ ਨੇ ਕਿਹਾ ਵੀ ਡਾਕਟਰ ਬਿਸ਼ਨੂ ਭਾਈ ਚੌਧਰੀ ਨੂੰ ਕਿ ਤੁਸੀਂ ਆਪਣੇ ਤਰੀਕੇ ਨਾਲ ਚਲਾਓ ਇਹਨੂੰ। ਅੱਛਾ, ਠੀਕ ਹੈ। ਉਹ 3 ਮਹੀਨਿਆਂ ਤੋਂ ਲਗਭਗ ਉਹ ਕੋਵਿਡ ਸੈਂਟਰ 1100 ਬੈੱਡ ਦਾ ਕੋਵਿਡ ਸੈਂਟਰ ਹੈ, ਜਿਹੜਾ ਓਪਨ ਏਅਰ ਟੈਂਟ ਲਾ ਕੇ ਬਣਾਇਆ ਗਿਆ। ਠੀਕ ਹੈ। ਤੇ ਉਹ 3 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਉੱਥੇ ਤੁਸੀਂ ਹੈਰਾਨ ਹੋਵੋਗੇ ਕਿ ਮਰੀਜ਼ ਨੂੰ ਇੱਕ ਵੀ ਦਵਾ ਨਹੀਂ ਦਿੱਤੀ ਜਾਂਦੀ। ਠੀਕ ਹੈ। ਨਾਟ ਅ ਸਿੰਗਲ ਟੈਬਲੇਟ। ਠੀਕ ਹੈ। ਨਾ ਉੱਥੇ PPE ਕਿੱਟ ਹੈ, ਨਾ ਉੱਥੇ ਮਾਸਕ ਹੈ, ਨਾ ਉੱਥੇ ਆਕਸੀਜਨ ਸਿਲੰਡਰ ਹੈ, ਨਾ ਉੱਥੇ ਵੈਂਟੀਲੇਟਰ। ਠੀਕ ਹੈ। ਉੱਥੇ ਨਾ ਇਲਾਜ ਕਰਨ ਵਾਲਾ ਮਾਸਕ ਪਾਉਂਦਾ ਤਾਂ ਨਾ ਮਰੀਜ਼ ਨੂੰ ਮਾਸਕ ਪਾਉਣ ਲਈ ਕਿਹਾ ਜਾਂਦਾ ਹੈ। ਠੀਕ ਹੈ। ਤੇ ਇਸ ਦੇ ਬਾਵਜੂਦ ਪਿਛਲੇ 3 ਮਹੀਨੇ ਤੋਂ ਇੱਕ ਵੀ ਮੌਤ ਨਹੀਂ ਹੋਈ ਤੇ ਪੂਰਾ ਫ੍ਰੀ ਟ੍ਰੀਟਮੈਂਟ ਚੱਲ ਰਿਹਾ, ਮੁਫਤ, ਕੋਈ ਪੈਸਾ ਨਹੀਂ ਲਿਆ ਜਾਂਦਾ। ਓਕੇ, ਇਹ ਸਾਡੇ ਸਰੋਤਿਆਂ ਨੂੰ ਵੀ ਇਹ ਚੀਜ਼ ਦੇ ਲਈ ਜੀ ਗੁਜ਼ਾਰਿਸ਼ ਹੈ। ਦੇਸ਼ ਦੇ ਵਿੱਚ ਇਹ ਜੀ ਡਾਕਟਰ ਤੇਜਪਾਲ ਜੀ, ਮੈਂ ਕਹਿਣਾ ਚਾਹੁੰਦੀ ਹਾਂ ਕਿ ਕਈ ਸਰੋਤਿਆਂ ਦੇ ਮਾਈਂਡਸ ਦੇ ਵਿੱਚ ਹਾਲੇ ਵੀ ਹੋਏਗਾ ਵੀ ਪਤਾ ਨਹੀਂ ਇਹ ਖਬਰ ਗਲਤ ਹੈ ਜਾਂ ਸਹੀ ਹੈ। ਤਾਂ ਡਾਕਟਰ ਤੇਜਪਾਲ ਜੀ ਉਸ ਜ਼ਿਲ੍ਹੇ ਦਾ ਨਾਮ ਤੁਹਾਨੂੰ ਅਨਾਉਂਸ ਕਰ ਰਹੇ ਆ, ਤੁਸੀਂ ਉੱਥੇ ਜੇ ਨੇੜੇ ਤੇੜੇ ਹੋ ਤਾਂ ਕਨਫਰਮ ਕਰ ਸਕਦੇ ਹੋ, ਕਿਉਂਕਿ ਹਰ ਗੱਲ ਦੇ ਉੱਤੇ ਯਕਦਮ ਜੇ ਯਕੀਨ ਨਹੀਂ ਵੀ ਆਉਂਦਾ ਤਾਂ ਅਸੀਂ ਉਹਦੀ ਖੋਜ ਪੜਤਾਲ ਕਰਕੇ ਇਹਨਾਂ ਗੱਲਾਂ ਤੇ ਯਕੀਨ ਕਰ ਸਕਦੇ ਹੁੰਦੇ ਹੈਗੇ। ਜੀ ਡਾਕਟਰ ਸਾਹਿਬ, ਤੁਸੀਂ ਮੇਰਾ ਨਾ ਜਿਹੜਾ YouTube ਚੈਨਲ ਹੈ ਲਾਈਫ ਵਿਦਆਊਟ ਮੈਡੀਸਨ, ਉਹਦੇ ਉੱਤੇ ਇੱਕ ਵੀਡੀਓ, ਇੱਕ ਨਹੀਂ 2-3 ਵੀਡੀਓ ਉਸ ਕੋਵਿਡ ਸੈਂਟਰ ਨਾਲ ਰਿਲੇਟਡ ਪਈਆਂ ਹੋਈਆਂ ਨੇ ਜੀ। ਪਿਛਲੇ ਦਿਨਾਂ 'ਚ ਸਾਡੀ ਪੰਜਾਬ ਦੀ ਅਖਬਾਰ ਅਕਾਲੀ ਪੱਤਰਿਕਾ ਦੇ ਵਿੱਚ ਉਹਦੇ ਬਾਰੇ ਦੀ ਖਬਰ ਛਪੀ ਹੈ। ਠੀਕ ਹੈ। ਤੇ ਆਪਾਂ ਉਹਦੇ ਹਵਾਲੇ ਨਾਲ ਇਹਨੂੰ ਕਨਫਰਮ ਕਰ ਸਕਦੇ ਹਾਂ ਇਸ ਗੱਲ ਨੂੰ। ਤੇ ਉੱਥੇ ਕੋਈ ਵੀ ਪੇਸ਼ੈਂਟ ਜਿਹੜਾ ਜਾਂਦਾ ਹੈ ਉਹਨੂੰ 3 ਤੋਂ 5 ਦਿਨ ਦੇ ਵਿੱਚ ਉਹ ਠੀਕ ਹੋ ਕੇ ਘਰ ਵਾਪਸ ਚਲਿਆ ਜਾਂਦਾ, ਚਾਹੇ ਉਹਨੂੰ ਸਾਹ ਲੈਣ ਦੀ ਪ੍ਰੋਬਲਮ ਹੈ, ਚਾਹੇ ਉਹਦਾ ਆਕਸੀਜਨ ਲੈਵਲ ਕਾਫੀ ਘੱਟ ਹੋ ਰਿਹਾ ਹੈ, ਕੁਛ ਵੀ ਹੈ। ਤੇ ਦਵਾ ਦੀ ਜਗ੍ਹਾ ਉੱਥੇ ਕੇਵਲ ਖੁਰਾਕ ਦਿੱਤੀ
ਦਿੱਤੀ ਜਾਂਦੀ ਹੈ, ਨਾਰੀਅਲ ਪਾਣੀ ਦਿੱਤਾ ਜਾਂਦਾ ਹੈ, ਸੰਤਰੇ ਮੌਸਮੀ ਦਾ ਜੂਸ ਦਿੱਤਾ ਜਾਂਦਾ ਹੈ, ਹਲਦੀ ਦਿੱਤੀ ਜਾਂਦੀ ਹੈ, ਕਾੜੇ ਦਿੱਤੇ ਜਾਂਦੇ ਨੇ। ਤੇ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ, ਇਸ ਚੀਜ਼ ਤੋਂ ਉਤਸ਼ਾਹਿਤ ਹੋ ਕੇ ਇੰਦੌਰ MP ਸੀ ਕਿ ਨਾਲ ਪੇਜ ਤੇ ਵੀ ਜਿਹੜਾ ਉਹ ਅੱਜ ਧਿਆਨ ਰੱਖਿਓ ਜੀ, ਕਿਉਂਕਿ ਰਮਨ ਸਿੰਘ ਹੋਰਾਂ ਨੇ ਇੱਕ ਮੈਸੇਜ ਸਾਈਨ ਕੀਤਾ ਔਰ ਇਹ ਅੱਜ ਦੀ ਗੱਲ ਦੇ ਨਾਲ ਜਿਹੜਾ ਹੈ ਮੇਲ ਖਾਂਦਾ ਹੈਗਾ। ਸੋ ਉਹਨਾਂ ਦੇ ਫਾਦਰ ਨੂੰ ਵੀ ਇੱਕ ਮੈਡੀਸਨ ਜਿਹੜੀ ਆ ਉਹ ਪੇਨ ਕਿਲਰ ਜਿਹਨੂੰ ਅਸੀਂ ਕਹਿੰਦੇ ਆ ਉਹਦੀ ਆਦਤ ਸੀਗੀ, ਤੋ ਜਿਹਦੇ ਕਰਕੇ ਅੱਜ ਉਹ ਇੱਕ ਗੰਭੀਰ ਬਿਮਾਰੀ ਦੇ ਵਿੱਚ ਨੇਗੇ। ਡਾਕਟਰ ਤੇਜਪਾਲ ਜੀ, ਬਹੁਤ ਵਧੀਆ ਅੱਜ ਦੀ ਜਾਣਕਾਰੀ ਰਹੇਗੀ। ਮੈਂ ਸਰੋਤਿਆਂ ਨੂੰ ਇਹੀ ਫਿਰ ਤੋਂ ਗੁਜ਼ਾਰਿਸ਼ ਕਰੂੰਗੀ, ਅਗਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਬਾਅਦ ਦੇ ਵਿੱਚ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਬਾਅਦ ਦੇ, ਨਹੀਂ ਤਾਂ ਫਿਰ ਚੱਲਦਾ ਪ੍ਰੋਗਰਾਮ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਇਸ ਸਮੇਂ ਸਾਨੂੰ ਸੁਣਦੇ ਨੇ, ਸਾਡੇ ਸਰੋਤੇ ਪ੍ਰੋਗਰਾਮ ਸੁਣਦੇ ਨੇ, ਉਹ ਵਧੀਆ ਜਾਣਕਾਰੀ ਦੇ ਨਾਲ ਜੁੜ ਸਕਣ। ਜੀ ਡਾਕਟਰ ਸਾਹਿਬ। ਹਾਂਜੀ ਮਨਜੀਤ ਜੀ, ਇੱਕ ਨਾ ਜਦੋਂ ਮੈਂ ਪੇਜ ਦੇ ਉੱਤੇ ਆਨ ਹੁੰਦਾ, ਮੈਂ ਪੇਜ ਨੂੰ ਆਨ ਕਰਦਾ ਤਾਂ ਦੋ ਆਵਾਜ਼ਾਂ ਆਉਂਦੀਆਂ ਨੇ, ਪੇਜ ਵਾਲੀ ਵੱਖਰੀ ਵੀਡੀਓ ਚੱਲ ਪੈਂਦੀ ਤੇ ਇਹ ਆਵਾਜ਼ ਵੱਖਰੀ ਆਉਂਦੀ। ਰਹਿਣ ਦਿਓ ਜੀ, ਫਿਰ ਤੁਸੀਂ ਪੇਜ ਨੂੰ ਨਾ ਹੀ ਓਪਨ ਕਰੋ, ਮੈਂ ਹੀ ਤੁਹਾਨੂੰ ਮੈਸੇਜ ਪੜ੍ਹ ਦਿੰਨੀ ਆ। ਰਮਨਦੀਪ ਸਿੰਘ ਸਰਾਂ ਲਿਖਦੇ ਆ, ਕਹਿੰਦੇ ਬਿਲਕੁਲ ਜੀ, ਤਕਲੀਫ ਝੱਲੋ ਪਰ ਪੇਨ ਕਿਲਰ ਦੀ ਵਰਤੋਂ ਘੱਟ ਤੋਂ ਘੱਟ ਕਰੋ। ਇਹਨਾਂ ਦੇ ਫਾਦਰ ਸਾਹਿਬ ਨੂੰ ਪੇਨ ਕਿਲਰ ਲੈਣ ਦੀ ਆਦਤ ਸੀਗੀ, ਕੰਬੀਫਲੈਮ ਗੋਲੀ ਦੀ, ਔਰ ਰੂਟੀਨ ਦੇ ਵਿੱਚ ਇਹ ਉਸ ਦੀ ਵਰਤੋਂ ਵੀ ਕਰਦੇ ਸੀ। ਸੋ ਅੱਜ ਨਾ ਜਿਹੜੀ ਗੁਰਦਿਆਂ ਦੀ ਬਿਮਾਰੀ ਦੇ ਵਿੱਚ ਜਕੜ ਚੁੱਕੇ ਆ ਉਹ ਆਪਣੇ ਆਪ ਨੂੰ। ਤੇ ਰਮਨ ਜੀ ਨੂੰ, ਰਮਨ ਕੱਲ ਵੀ ਆਏ ਸੀ ਇੱਥੇ ਜਿਹੜਾ ਉਹਨਾਂ ਦਾ ਡਾਇਲਿਸਿਸ ਕਰਾਉਣ, ਔਰ ਅੱਜ ਫਿਰ ਉਹਨਾਂ ਨੇ ਆਉਣਾ ਆ, ਬਠਿੰਡੇ ਆਉਂਦੇ ਆ ਜੀ ਉਹ। ਤੋ ਮੈਂ ਉਹੀ ਚੀਜ਼ ਗੱਲ ਕਰ ਰਹੀ ਸੀ, ਔਰ ਫਿਰ ਸਾਡੇ ਸਰੋਤੇ ਕਹਿ ਦਿੰਦੇ ਆ ਕਿ ਅਸੀਂ ਬਿਮਾਰੀਆਂ ਦੇ ਵਿੱਚ ਹੈ, ਅਸੀਂ ਬਹੁਤ ਸਾਰੀ ਮੈਡੀਸਨ ਲੈ ਰਹੇ ਹਾਂ। ਤੋ ਇਹ ਇੱਕ ਉਸ ਤਰ੍ਹਾਂ ਦੀ ਜਾਣਕਾਰੀ ਰਮਨ ਨੇ ਵੀ ਆਪਾਂ ਨੂੰ ਸ਼ੇਅਰ ਕੀਤੀ। ਹਾਂਜੀ ਡਾਕਟਰ ਸਾਹਿਬ। ਰਮਨ ਜੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਇੱਕ ਵਾਰ ਮੇਰੇ ਨਾਲ ਫੋਨ ਤੇ ਗੱਲ ਜ਼ਰੂਰ ਕਰਿਓ ਤਾਂ ਕਿ ਆਪਾਂ ਉਹਨਾਂ ਦੀ ਬਿਮਾਰੀ ਦਾ ਇਲਾਜ, ਠੀਕ ਹੈ ਡਾਇਲਿਸਿਸ ਚੱਲ ਰਿਹਾ, ਕੋਈ ਦਿੱਕਤ ਨਹੀਂ, ਨਾਲ ਦੀ ਨਾਲ ਅਗਰ ਆਪਾਂ ਖੁਰਾਕ ਚੇਂਜ ਕਰ ਲਾਂਗੇ ਤਾਂ ਉਹਦੇ ਚ ਸਹਾਇਕ ਹੋਏਗੀ ਉਹ ਜਲਦੀ ਠੀਕ ਹੋਣ ਜੀ। ਠੀਕ ਹੈ। ਤੇ ਮੈਂ ਇਹ ਗੱਲ ਦੋਨੋਂ ਘਟਨਾਵਾਂ, ਕੋਵਿਡ ਸੈਂਟਰ ਜਿਹੜਾ ਅਹਿਮਦਨਗਰ ਵਾਲਾ ਉਹਦੀ ਤੇ ਇਹ ਜਿਹੜਾ ਇੰਦੌਰ ਦੇ ਵਿੱਚ ਹਸਪਤਾਲ ਖੁੱਲ ਰਿਹਾ, ਇਹਦੀ ਸੂਚਨਾ ਜਿਹੜੀ ਇਸੇ ਕਰਕੇ ਦਿੱਤੀ ਸਰੋਤਿਆਂ ਨੂੰ ਜੀ। ਇਹ ਇੱਕ ਬਹੁਤ ਵੱਡਾ ਸਾਈਨ ਹੈ, ਇੱਕ ਬਹੁਤ ਵੱਡੀ ਬਦਲਾਵ ਹੈ, ਇੱਕ ਬਹੁਤ ਵੱਡੀ ਲਹਿਰ ਹੈ ਕਿ ਅਗਰ ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਅਜਿਹੇ ਹਸਪਤਾਲ ਖੁੱਲ ਜਾਂਦੇ ਨੇ ਜਿੱਥੇ ਬਿਨਾਂ ਖਰਚੇ ਤੋਂ, ਬਿਨਾਂ ਦਵਾਈਆਂ ਤੋਂ ਇਲਾਜ ਹੁੰਦਾ ਹੈ, ਤਾਂ ਇਹ ਸਾਡੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੋਏਗੀ, ਸਾਡੇ ਲਈ ਇੱਕ ਬਹੁਤ ਵੱਡੀ ਗੱਲ ਹੋਏਗੀ। ਦੂਸਰੀ ਗੱਲ, ਵੈਸੇ ਵੀ ਅਸੀਂ ਅਗਰ ਗੱਲ ਕਰਦੇ ਹਾਂ ਤਾਂ ਜਿਵੇਂ ਪੀਜ਼ਾ ਸਾਡਾ ਸੱਭਿਆਚਾਰ ਨਹੀਂ ਸੀ, ਬਰਗਰ ਸਾਡਾ ਸੱਭਿਆਚਾਰ ਨਹੀਂ ਸੀ, ਇਵੇਂ ਦਵਾਈਆਂ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ। ਨਹੀਂ ਹੈ ਜੀ।
ਇਹ ਸਾਰਾ ਦਾ ਸਾਰਾ ਪੱਛਮੀ ਸੱਭਿਆਚਾਰ ਦੇ ਵਿੱਚੋਂ ਹੀ ਆਇਆ ਹੈ। ਤੁਸੀਂ ਹੈਰਾਨ, ਅੱਜ ਮੈਂ ਕੁਝ ਇਹੋ ਜਿਹੀਆਂ ਜਾਣਕਾਰੀਆਂ ਸ਼ੇਅਰ ਕਰਾਂਗਾ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਵੇਂ ਪਹਿਲਾਂ ਬਿਮਾਰੀ ਨੂੰ ਪੈਦਾ ਕੀਤਾ ਜਾਂਦਾ, ਫਿਰ ਉਸ ਲਈ ਦਵਾ ਬਣਾ ਕੇ ਦਵਾ ਵੇਚੀ ਜਾਂਦੀ। ਦੋ ਪੱਧਰ ਤੇ ਲੁੱਟ ਹੋ ਰਹੀ ਹੈ ਸਾਡੀ। ਠੀਕ ਹੈ। ਪਹਿਲਾਂ ਤਾਂ ਸਾਨੂੰ ਲੁਭਾਵਣੇ ਜਿਹੜੇ ਐਡਵਰਟਾਈਜ਼ਮੈਂਟ ਹੈ, ਇਸ਼ਤਿਹਾਰ ਹੈ, ਮਨ ਲੁਭਾਵਣੇ ਇਸ਼ਤਿਹਾਰ ਦਿੱਤੇ ਜਾਂਦੇ ਆ, ਜਿਹਦੇ ਨਾਲ ਉਹ ਪ੍ਰੋਡਕਟ ਅਸੀਂ ਖਰੀਦਦੇ ਆ, ਖਾਂਦੇ ਆ, ਉਸ ਤੋਂ ਬਾਅਦ ਅਸੀਂ ਬਿਮਾਰ ਹੁੰਦੇ ਆ, ਫਿਰ ਦਵਾਈ ਅਸੀਂ ਖਾਂਦੇ ਆ, ਉੱਥੇ ਪੈਸਾ ਬਰਬਾਦ ਹੁੰਦਾ ਸਾਡਾ। ਤੁਸੀਂ, ਮੇਰੇ ਘਰ ਦੇ ਕੋਲ ਇੱਕ ਛੋਟੀ ਜਿਹੀ ਕਰਿਆਨਾ ਸ਼ਾਪ ਹੈ। ਸਵੇਰੇ 6 ਵਜੇ ਤੋਂ ਲੈ ਕੇ 7 ਵਜੇ, ਜਦੋਂ ਬੱਚੇ ਅਜੇ ਅੱਖਾਂ ਨਹੀਂ ਖੁੱਲੀਆਂ ਹੁੰਦੀਆਂ, ਮੂੰਹ ਨਹੀਂ ਧੋਤਾ ਹੁੰਦਾ ਉਹਨਾਂ ਨੇ, ਉਹ ਹੱਥਾਂ 'ਚ 10-10 ਰੁਪਏ ਫੜ ਕੇ ਉਸ ਦੁਕਾਨ ਤੇ ਆਉਂਦੇ ਨੇ ਤੇ ਚਿਪਸਾਂ ਦੇ, ਕੁਰਕੁਰਿਆਂ ਦੇ ਛੋਟੇ-ਛੋਟੇ ਇਹੋ ਜਿਹੇ ਪੈਕਟ, ਪਤਾ ਨਹੀਂ ਕੀ ਸਵਾਦ ਹੈ ਉਹਦੇ ਵਿੱਚ, ਉਹ ਖਾਂਦੇ ਨੇ ਬੱਚੇ। ਖਾਂਦੇ ਆ ਜੀ, ਬਿਲਕੁਲ ਖਾਂਦੇ ਆ। ਹਾਂਜੀ, ਮਤਲਬ ਤੁਸੀਂ ਇਹ ਦੇਖ ਲਓ ਬਈ ਸਾਡੇ ਘਰ ਦੇ ਵਿੱਚ ਤੁਸੀਂ ਖੋਆ, ਦੁੱਧ ਦਾ ਅਸਲੀ ਖੋਆ ਬਣਾ ਕੇ ਰੱਖ ਲਓ, ਘਰ ਦੇ ਵਿੱਚ ਕੋਈ ਆਪਣਾ ਬੇਸਣ ਦੀ ਮਿਠਾਈ ਬਣਾ ਕੇ ਰੱਖ ਲਓ, ਬੱਚੇ ਉਹਨੂੰ ਨਹੀਂ ਖਾਂਦੇ ਨੇ। ਬੱਚੇ ਕਹਿੰਦੇ ਨੇ ਸਾਨੂੰ ਤਾਂ ਕੁਰਕੁਰੇ ਚਾਹੀਦੇ, ਬਿਲਕੁਲ ਸਾਨੂੰ ਤਾਂ ਚਿਪਸ ਚਾਹੀਦੇ ਨੇ। ਤੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਜਿਹੜੀ ਸਾਜ਼ਿਸ਼ ਕੰਮ ਕਰਦੀ ਹੈ। ਇੱਕ ਇਹਦੀ ਬੈਕਗਰਾਉਂਡ 'ਚ ਆਪਾਂ ਜਾਈਏ ਤਾਂ 2 ਭਰਾ ਸੀਗੇ ਜਿਹੜੇ ਇੱਕ ਰੈਸਟੋਰੈਂਟ ਚਲਾਉਂਦੇ ਸੀ ਜੀ, ਅਮਰੀਕਾ ਦੀ ਗੱਲ ਹੈ ਜੀ। ਉਹ ਦੋਨੋਂ ਭਰਾ, ਗਾਹਕ ਉਹਨਾਂ ਦੀ ਦੁਕਾਨ 'ਚ ਆਉਂਦਾ, ਲੇਕਿਨ ਉਹ ਦੋਨੋਂ ਭਰਾ ਸਾਈਡ ਤੇ ਬੈਠ ਕੇ ਦੇਖਦੇ ਰਹਿੰਦੇ ਵੀ ਯਾਰ ਗਾਹਕ ਆਉਂਦਾ, ਇੱਕ ਪਲੇਟ ਖਾਂਦਾ, ਉਸ ਤੋਂ ਬਾਅਦ ਚਲਿਆ ਜਾਂਦਾ। ਠੀਕ ਹੈ। ਉਹਨਾਂ ਨੇ ਇੱਕ ਸੋਚ ਆਈ ਉਹਨਾਂ ਦੇ ਦਿਮਾਗ 'ਚ ਵੀ ਜੇ ਗਾਹਕ ਤਾਂ ਢਿੱਡ ਹੀ ਨਾ ਭਰੇ, ਜਾਂ ਇਹ ਕਹਿ ਲਓ ਕਿ ਉਹਦੀ ਰੂਹ ਹੀ ਨਾ ਰੱਜੇ, ਤਾਂ ਕਿੰਨਾ ਵਧੀਆ ਹੋਵੇ, ਸਾਡੀ ਸੇਲ ਜਿਹੜੀ ਹੋਰ ਵੱਧ ਜੂਗੀ ਜੀ। ਤੇ ਉਹਨਾਂ ਦਾ ਇੱਕ ਮਿੱਤਰ ਸੀ ਸਾਇੰਸਦਾਨ, ਕੋਈ ਵਿਗਿਆਨੀ, ਉਹਨਾਂ ਨੇ ਉਹਦੇ ਨਾਲ ਸਲਾਹ ਕੀਤੀ ਕਿ ਤੂੰ ਕੁਛ ਇਹੋ ਜਿਹਾ ਤਰੀਕਾ ਕੱਢ ਇਹਦੇ ਨਾਲ ਬੰਦਾ ਖਾਣਾ ਤਾਂ ਖਾਵੇ ਲੇਕਿਨ ਉਹਦੀ ਰੂਹ ਨਾ ਰੱਜੇ। ਤਾਂ ਉਹਨੇ ਫਿਰ ਇੱਕ ਕੈਮੀਕਲ ਦਾ ਇਜਾਦ ਕੀਤਾ ਜਿਹਨੂੰ ਕਿਹਾ ਜਾਂਦਾ MSG, ਉਹਦਾ ਸ਼ਾਰਟ ਫਾਰਮ ਹੈ। ਠੀਕ ਹੈ। तो MSG ਇੱਕ ਇਹੋ ਜਿਹਾ ਕੈਮੀਕਲ ਹੈ ਜਿਹੜਾ ਤੁਹਾਡੇ ਜੀਭ ਦੇ ਜਿਹੜੇ ਟੇਸਟ ਬਡਸ ਨੇ, ਸਾਡੇ ਸਵਾਦ ਵਾਲੀਆਂ ਗ੍ਰੰਥੀਆਂ ਨੇ, ਉਹਨਾਂ ਨੂੰ ਉਹ ਇਸ ਤਰ੍ਹਾਂ ਨਾਲ ਐਕਟੀਵੇਟ ਕਰਦਾ ਹੈ ਕਿ ਉਸ ਚੀਜ਼ ਦੇ ਵਿੱਚੋਂ ਤੁਹਾਨੂੰ ਇਹੋ ਜਿਹਾ ਸਵਾਦ ਆਉਂਦਾ ਕਿ ਹੋਰ ਕਿਸੇ ਚੀਜ਼ ਦੇ ਵਿੱਚੋਂ ਸਵਾਦ ਨਹੀਂ ਆਉਂਦਾ। ਠੀਕ ਹੈ ਜੀ ਜੀ ਜੀ। ਤੇ ਇਹ ਜਿੰਨੇ ਪ੍ਰੋਡਕਟ ਨੇ, ਚਾਹੇ ਉਹ ਕੁਰਕਰੇ ਨੇ, ਚਾਹੇ ਚਾਕਲੇਟ ਨੇ, ਚਾਹੇ ਚਿਪਸ ਨੇ, ਇਹਨਾਂ ਦੇ ਵਿੱਚ ਉਹ MSG ਨਾਮ ਦਾ ਕੈਮੀਕਲ ਪਾਇਆ ਜਾਂਦਾ ਹੈ, ਜਿਹਦੇ ਕਰਕੇ ਜਦੋਂ ਤੁਸੀਂ 1-2 ਵਾਰ ਉਹਨੂੰ ਖਾ ਲੈਂਦੇ ਹੋ ਤੇ ਫਿਰ ਤੁਹਾਨੂੰ ਨਸ਼ੇ ਵਾਂਗ ਦੀ ਲੱਤ ਲੱਗ ਜਾਂਦੀ। ਹਾਂ, ਸੱਚੀ ਗੱਲ ਹੈ। ਵੈਸੇ ਲੱਗਦੀ ਵੀ ਹੈ ਇਹ, ਬੱਚਿਆਂ ਨੂੰ ਮਾੜਾ ਜਿਹਾ ਤੁਸੀਂ ਇੱਕ ਵਾਰੀ ਖਵਾ ਦਿਓ, ਮੁੜ ਕੇ ਉਹੀ ਚੀਜ਼ ਭਾਲਣਗੇ। ਸਹੀ ਕਿਹਾ ਤੁਸੀਂ ਜੀ। ਤੇ ਦੂਜੇ ਪਾਸੇ ਇਹ ਗੱਲ ਸਾਇੰਟੀਫਿਕਲੀ ਪ੍ਰੂਵਨ ਹੈ, ਵਿਗਿਆਨਕ ਤੌਰ ਤੇ ਸਿੱਧ ਹੋ ਚੁੱਕੀ ਹੈ ਕਿ ਇਹ ਸਾਰੇ ਦੇ ਸਾਰੇ ਉਤਪਾਦ ਜਿਹੜੇ ਆ ਸਿਹਤ ਲਈ ਨੁਕਸਾਨਦਾਇਕ ਜੀ। ਤਾਂ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਦਾ ਜਿਹੜਾ ਵਿਗਿਆਪਨ ਆ ਰਿਹਾ, ਜਿਹੜੇ ਇਹਦੇ ਕੈਮੀਕਲ ਪਾਏ ਜਾਂਦੇ ਆ, ਲੋਕਾਂ ਨੂੰ ਪਹਿਲਾਂ ਇਹਨਾਂ ਦਾ ਆਦਤ ਦਾ ਸ਼ਿਕਾਰ ਬਣਾਇਆ ਜਾਂਦਾ, ਉਹ ਬਿਮਾਰ ਹੁੰਦੇ ਨੇ, ਫਿਰ ਉਹਨਾਂ ਨੂੰ ਦਵਾਈਆਂ ਖਿਲਾਈਆਂ ਜਾਂਦੀਆਂ ਨੇ। ਮਤਲਬ ਦੋਹਰੀ ਲੁੱਟ ਦਾ ਸ਼ਿਕਾਰ ਅਸੀਂ ਹੋ ਰਹੇ ਹਾਂ ਜੀ। ਇਵੇਂ ਹੀ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਜੀ ਦੀ ਇੱਕ ਕਿਤਾਬ ਹੈ, हॉस्पिटल तो जिंदा किवें बचिए, मतलब हिंदी है ਉਹਦੀ हॉस्पिटल से जिंदा कैसे लौटे। ਉਹਦੇ ਚ ਇੱਕ ਜ਼ਿਕਰ ਕਰਦੇ ਨੇ ਉਹ, ਸਾਡੇ ਦੇਸ਼ ਦੀ ਇੱਕ ਸੰਸਥਾ ਹੈ ਜਿਹਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਕਹਿੰਦੇ ਨੇ ਜੀ, IMA। ਬਹੁਤ ਪ੍ਰਵਾਨਿਤ, ਤੁਸੀਂ ਪਿੱਛੇ ਜੇ ਦੇਖਿਆ ਜਦੋਂ ਬਾਬਾ ਰਾਮਦੇਵ ਨੇ ਐਲੋਪੈਥੀ ਦੇ ਕੁਝ ਬੋਲਿਆ ਸੀ ਤਾਂ IMA ਨੇ ਬਹੁਤ ਰੌਲਾ ਪਾਇਆ ਸੀ ਵੀ ਇਹ ਗਲਤ ਹੈ, ਰਾਮਦੇਵ ਤੇ ਕੇਸ ਕਰੋ ਜੀ। ਤਾਂ ਇੱਕ ਸਮੇਂ ਇਸ IMA ਨੇ ਟੀਵੀ ਦੇ ਉੱਤੇ, ਸਨ 2008 ਦੀ ਗੱਲ ਹੈ ਜੀ, ਟੈਲੀਵਿਜ਼ਨ ਦੇ ਉੱਤੇ ਇੱਕ ਮਸ਼ਹੂਰੀ ਦੇ ਵਿੱਚ ਇਹ ਗੱਲ ਕਹੀ ਵੀ ਟੌਪਿਕਾਨਾ ਦਾ ਜਿਹੜਾ ਜੂਸ ਹੈ ਉਹ ਪੀਣਾ ਚਾਹੀਦਾ, ਉਹ ਸਿਹਤ ਲਈ ਚੰਗਾ ਹੈ। ਅੱਛਾ, ਠੀਕ ਹੈ। ਤੇ ਉਸ ਐਡਵਰਟਾਈਜ਼ਮੈਂਟ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਟੌਪਿਕਾਨਾ ਦਾ ਜੂਸ ਦਿੱਤਾ ਜਾਣ ਲੱਗ ਪਿਆ। ਤੇ ਤੁਸੀਂ ਉਹਦੇ ਇਨਗਰੀਡੀਐਂਟ ਜਿਹੜੇ ਉਹਦੇ ਵਿੱਚ ਨੇ, ਜੇ ਤੁਸੀਂ ਉਹਦੇ ਡੱਬੇ ਤੇ ਲਿਖੇ ਹੋਏ ਇਨਗਰੀਡੀਐਂਟ ਪੜ੍ਹੋਗੇ ਤਾਂ ਵੈਸੇ ਹੀ ਸਮਝ ਆ ਜਾਂਦੀ ਹੈ ਕਿ ਇਹ ਸਿਹਤ ਲਈ ਲਾਭਦਾਇਕ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦੀ ਜੀ। ਤਾਂ ਹੋਰ ਇਸ ਤੋਂ ਅੱਗੇ ਦੇਖੀਏ ਆਪਾਂ ਕਿ ਹਸਪਤਾਲ ਦੇ ਵਿੱਚ ਜਿਹੜੀ ਕੰਟੀਨ ਹੁੰਦੀ ਹੈ, ਹਸਪੀਟਲ ਦੇ ਵਿੱਚ ਬਿਮਾਰੀ ਦਾ ਇਲਾਜ ਹੁੰਦਾ ਹੈ, ਲੇਕਿਨ ਕੰਟੀਨ ਦੇ ਵਿੱਚ ਤੁਹਾਨੂੰ ਫਾਸਟ ਫੂਡ ਮਿਲਦਾ ਹੈ ਜੀ।
ਤੁਸੀਂ ਉੱਥੋਂ ਫਾਸਟ ਫੂਡ ਖਾਓ, ਜਿਹੜਾ ਪੇਸ਼ੈਂਟ ਤਾਂ ਐਡਮਿਟ ਹੈਗਾ ਹੀ ਹੈਗਾ, ਪੇਸ਼ੈਂਟ ਦੇ ਨਾਲ ਦੇ ਜਿਹੜੇ ਲੋਕ ਨੇ ਅਟੈਂਡੈਂਟ ਨੇ ਉਹ ਉਹਨੇ ਦਿਨ ਕੰਟੀਨ ਤੋਂ ਫਾਸਟ ਫੂਡ ਖਾਂਦੇ ਨੇ, ਕੋਲਡ ਡਰਿੰਕ ਪੀਂਦੇ ਨੇ, ਬੋਤਲਾਂ ਵਾਲੇ ਜੂਸ ਪੀਂਦੇ ਨੇ, ਜਦੋਂ ਤੱਕ ਮਰੀਜ਼ ਠੀਕ ਹੁੰਦਾ ਜਦੋਂ ਘਰ ਦਾ ਦੂਜਾ ਬੰਦਾ ਬਿਮਾਰੀ ਦੇ ਨੇੜੇ ਪਹੁੰਚ ਜਾਂਦਾ। ਓਕੇ, ਅਸਲ 'ਚ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਇਸ ਗੱਲ ਨੂੰ ਸਾਨੂੰ ਸਮਝਣਾ ਹੋਏਗਾ। ਅੱਜ ਵੀ ਤੁਸੀਂ ਦੇਖ ਲਓਗੇ, ਹਾਲਾਂਕਿ ਕੋਲਡ ਡਰਿੰਕ ਸਾਡੇ ਪਿੰਡਾਂ ਤੱਕ ਜਾ ਪਹੁੰਚਿਆ ਜੀ, ਪੇਂਡੂ ਕਲਚਰ ਤੱਕ ਵੀ ਬੋਤਲ ਵਾਲੇ ਜੂਸ, ਕੋਲਡ ਡਰਿੰਕ ਪਹੁੰਚ ਗਈਆਂ ਨੇ, ਲੇਕਿਨ ਫਿਰ ਵੀ ਅਜੇ ਵੀ ਕੁਝ ਲੋਕ ਇਹੋ ਜਿਹੇ ਹੈਗੇ ਨੇ ਜਿਹੜੇ ਕੋਲਡ ਡਰਿੰਕ ਦੀ ਜਗ੍ਹਾ ਤੇ ਸ਼ਿਕੰਜਵੀ ਪੀਣਾ ਪਸੰਦ ਕਰਦੇ ਨੇ, ਉਹ ਸ਼ਰਬਤ, ਸ਼ੱਕਰ ਦਾ, ਗੁੜ ਦਾ ਸ਼ਰਬਤ ਪੀਣਾ ਪਸੰਦ ਕਰਦੇ ਜੀ। ਤੇ ਜਦੋਂ ਅਸੀਂ ਇਸ ਪੱਛਮੀ ਸੱਭਿਆਚਾਰ ਨੂੰ ਅਪਣਾਇਆ ਉਦੋਂ ਦੇ ਹੀ ਅਸੀਂ ਜ਼ਿਆਦਾ ਬਿਮਾਰ ਰਹਿਣ ਲੱਗੇ ਆ। ਨਹੀਂ ਤਾਂ ਸਾਡਾ ਸੱਭਿਆਚਾਰ ਬਿਮਾਰੀਆਂ ਵਾਲਾ ਸੱਭਿਆਚਾਰ। ਤੁਸੀਂ ਪੁਰਾਣੇ ਜਿਹੜੇ ਨੌਜਵਾਨ, ਜੇ ਆਪਾਂ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ, ਉਹਨਾਂ ਦਾ ਜਿਹੜਾ ਸਰੀਰ ਸੀ, ਜਿਹੜਾ ਹੀ ਉਹਨਾਂ ਦਾ ਕੱਦ ਕਾਠੀ ਸੀ, ਤੁਸੀਂ ਹਰੀ ਸਿੰਘ ਨਲੂਏ ਦੀ ਗੱਲ ਕਰੋ ਜੀ, ਤੁਸੀਂ ਜਿੰਨੇ ਇਹ ਵੱਡੇ ਜਥੇਦਾਰ ਸੀਗੇ ਇਹਨਾਂ ਦੇ, ਬਾਬਾ ਜੀਤ ਸਿੰਘ ਦੀ ਗੱਲ ਕਰੋ ਜੀ, 2.5 ਮਣ ਦਾ ਤਾਂ ਉਹਨਾਂ ਦਾ ਮੇਰਾ ਖਿਆਲ ਉਹ ਖੰਡਾ ਜੀ, 1.25 ਮਣ ਦਾ ਕਿ 2.5 ਮਣ, ਮੈਨੂੰ ਪੂਰੀ ਜਾਣਕਾਰੀ ਨਹੀਂ ਹੈ। ਮਤਲਬ ਤੁਸੀਂ ਇਹ ਦੇਖੋ ਵੀ 40-50 ਕਿਲੋ ਦੀ ਤਲਵਾਰ ਚੱਕ ਕੇ ਜਿਹੜਾ ਬੰਦਾ ਲੜਦਾ ਉਹ ਖੁਦ ਕਿੰਨਾ ਵੱਡਾ ਹੋਏਗਾ, ਕਿੰਨੀ ਤਾਕਤ ਵਾਲਾ ਹੋਏਗਾ ਜੀ ਜੀ। ਸਾਡਾ ਸੱਭਿਆਚਾਰ ਜਿਹੜਾ ਉਹ ਬਿਮਾਰੀਆਂ ਵਾਲਾ ਸੱਭਿਆਚਾਰ ਨਹੀਂ। ਅਸੀਂ ਹੌਲੀ ਹੌਲੀ ਪੱਛਮੀ ਸੱਭਿਆਚਾਰ ਨੂੰ ਅਪਣਾਇਆ ਜੀ। ਸਾਡਾ ਇੱਕ ਸੁਭਾਅ ਬਣ ਗਿਆ ਕਿ ਜਿਹੜਾ ਬੰਦਾ ਸਾਡੇ ਤੋਂ ਥੋੜਾ ਚੰਗਾ, ਸੋਹਣਾ, ਟਾਈ ਟੂਈ ਲਾ ਕੇ ਵਧੀਆ ਦਿਖਦਾ, ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਆ ਜੀ ਜੀ। ਇਸੇ ਕਰਕੇ ਅਸੀਂ ਫਸ ਜਾਂਦੇ ਆ। ਤੇ ਜਿਹੜੇ ਲੋਕ ਬਹੁਤ ਇਸ ਗੱਲ ਤੇ ਕਰਦੇ ਨਹੀਂ ਜੀ, ਮੈਡੀਕਲ ਸਾਇੰਸ ਨੇ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ। ਇੱਕ ਜਗ੍ਹਾ ਮੇਰਾ ਸੈਮੀਨਾਰ ਸੀ, ਮੈਨੂੰ ਸੀ ਤਾਂ ਉਹ ਕਵੀ ਦਰਬਾਰ, ਲੇਕਿਨ ਉਹਨਾਂ ਨੇ ਮੈਨੂੰ 10 ਮਿੰਟ ਬੋਲਣ ਲਈ ਦਿੱਤੇ ਤਾਂ ਮੈਂ ਪਹਿਲਾਂ ਹੀ ਸ਼ਬਦ ਬੋਲਿਆ ਸੀ ਕਿ ਅੱਜ ਜਿਹੜੀ ਹੈ ਉਹ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ, ਕਹਿੰਦੇ ਆ ਵੀ ਸਾਡੀ ਐਵਰੇਜ ਉਮਰ ਵੱਧ ਗਈ ਹੈ, ਜਿਹੜਾ ਕਿ ਇੱਕ ਭੁਲੇਖਾ ਹੈ, ਐਵਰੇਜ ਉਮਰ ਘਟੀ ਹੈ। ਤਾਂ ਉੱਥੇ 2 ਬੰਦੇ ਜਿਹੜੇ ਮੁੱਖ ਮਹਿਮਾਨ ਵਜੋਂ ਮੇਨ ਗੈਸਟ ਸੀਗੇ, ਉੱਠ ਕੇ ਬਾਹਰ ਚਲੇ ਗਏ ਬਾਈਕਾਟ ਕਰਕੇ। ਇਸ ਗੱਲ ਦਾ ਏਦਾਂ ਕਿੱਦਾਂ ਹੋ ਜੂਗੀ, ਤੁਸੀਂ ਮੈਡੀਕਲ ਸਾਇੰਸ ਦੇ ਖਿਲਾਫ ਕਿੱਦਾਂ ਬੋਲ ਰਹੇ ਹੋ? ਅੱਛਾ, ਤਾਂ ਮੈਂ ਅੱਜ ਤੁਹਾਨੂੰ ਇੱਕ ਬਹੁਤ ਐਵੀਡੈਂਸ ਭਰਪੂਰ ਇੱਕ ਗੱਲ ਦੱਸਣ ਜਾ ਰਿਹਾ। ਇਹ ਸਾਰੇ ਲੋਕ ਜਿਹੜੇ ਸਾਡੇ ਚ ਕੁਝ ਵਿਦੇਸ਼ਾਂ ਚ ਵੀ ਰਹਿਣ ਵਾਲੇ, ਵਿਕਸਿਤ ਕੰਟਰੀਆਂ ਚ ਰਹਿਣ ਵਾਲੇ ਸਰੋਤੇ ਵੀ ਨੇ ਜੀ। ਜਰਨਲ ਆਫ ਅਮਰੀਕਨ ਮੈਡੀਕਲ ਐਸੋਸੀਏਸ਼ਨ ਵੋਲਿਊਮ 284 ਜੁਲਾਈ 2000 ਦੇ ਵਿੱਚ ਇੱਕ ਆਰਟੀਕਲ ਛਪਿਆ ਜੀ। ਉਹਦੇ ਵਿੱਚ ਲਿਖਿਆ, ਉਹਦਾ ਆਰਟੀਕਲ ਦਾ ਨਾਮ ਹੈ ਡੈਥ ਫਰੋਮ ਐਸਟ੍ਰੋਜੈਨਿਕ ਕਾਜ਼ਜ਼ ਜੀ। ਐਸਟ੍ਰੋਜੈਨਿਕ ਕਾਜ਼ ਹੁੰਦਾ ਜਿਹੜਾ ਡਾਕਟਰੀ ਗਲਤੀਆਂ ਕਰਕੇ ਮੌਤ ਹੁੰਦੀ ਹੈ, ਉਹਨੂੰ ਐਸਟ੍ਰੋਜੈਨਿਕ ਕਾਜ਼ ਕਹਿ ਦਿੱਤਾ ਜੀ। ਜੇ ਡਾਕਟਰ ਦੀ ਗਲਤੀ ਨਾਲ ਮੌਤ ਹੁੰਦੀ ਹੈ ਤਾਂ ਉਹਦੇ ਡੈਥ ਸਰਟੀਫਿਕੇਟ ਦੇ ਵਿੱਚ ਹਾਰਟ ਅਟੈਕ ਦਾ ਦੂਜਾ ਕੁਝ ਨਹੀਂ ਲਿਖਿਆ ਜਾਂਦਾ ਹੈ, ਨਾ ਹੀ ਇਹ ਲਿਖਿਆ ਜਾਂਦਾ ਕਿ ਡਾਕਟਰ ਦੀ ਗਲਤੀ ਨਾਲ ਮੌਤ ਹੋਈ ਹੈ, ਉਹਨੂੰ ਐਸਟ੍ਰੋਜੈਨਿਕ ਕਾਜ਼ ਲਿਖ ਦਿੱਤਾ ਜਾਂਦਾ ਜੀ। ਤਾਂ ਉਸ ਅਨੁਸਾਰ ਇਹ ਲਿਖਿਆ, ਹਰ ਸਾਲ ਅਮਰੀਕਾ ਦੇ ਹਸਪਤਾਲਾਂ 'ਚ ਮਾਰੇ ਜਾਣੇ ਵਾਲੇ ਲੋਕਾਂ ਦੀ ਸੰਖਿਆ ਜਿਹੜੀ ਹੈ ਉਹਦਾ ਇੱਕ ਚਾਰਟ ਬਣਾ ਕੇ ਦਿੱਤਾ ਹੋਇਆ। ਮੈਂ ਜ਼ਿਕਰ ਕਰੂੰਗਾ, 12,000 ਮੌਤਾਂ ਹਰ ਸਾਲ ਅਨਾਵਸ਼ਕ ਸਰਜਰੀ, ਜਿਹੜੀ ਲੋੜ ਤੋਂ ਬਿਨਾਂ ਹੀ ਸਰਜਰੀ ਕਰ ਦਿੱਤੀ ਜਾਂਦੀ ਹੈ, 12,000 ਮੌਤਾਂ ਅਮਰੀਕਾ 'ਚ ਹਰ ਸਾਲ ਹੁੰਦੀਆਂ ਜੀ। 7,000 ਮੌਤਾਂ ਹੁੰਦੀਆਂ ਨੇ ਗਲਤ ਦਵਾਈਆਂ ਦੇਣ, ਠੀਕ ਹੈ। 20,000 ਮੌਤਾਂ ਹੁੰਦੀਆਂ ਨੇ ਹਸਪਤਾਲ 'ਚ ਘਟੀਆਂ, ਮਤਲਬ ਹਸਪਤਾਲ 'ਚ ਬੀਤੀਆਂ ਹੋਰ ਗਲਤੀਆਂ ਜਿਹੜੀਆਂ, ਕਦੀ ਡਾਕਟਰ ਕੈਂਚੀ ਭੁੱਲ ਗਿਆ, ਕਦੀ ਡਾਕਟਰ ਤੌਲੀਆ ਭੁੱਲ ਗਿਆ, ਕਦੀ ਕੋਈ ਹੋਰ ਗਲਤੀ, ਕਦੀ ਹੋਰ ਗਲਤੀ ਜੀ। 80,000 ਮੌਤਾਂ ਹੁੰਦੀਆਂ ਜੀ ਹਸਪਤਾਲੋਂ में होने वाले संक्रमण, ਜਿਹੜੇ ਹਸਪੀਟਲ 'ਚ ਰਹਿਣ ਦੀ ਵਜ੍ਹਾ ਨਾਲ ਜਿਹੜੀ ਇਨਫੈਕਸ਼ਨ ਹੁੰਦੀ ਹੈ ਉਹਦੇ ਨਾਲ 80,000 ਮੌਤਾਂ ਹੁੰਦੀਆਂ ਨੇ। ਤੇ 1,06,000 ਮੌਤਾਂ ਹੁੰਦੀਆਂ ਨੇ ਸਹੀ ਦਵਾਈਆਂ, ਜਿਹੜੀਆਂ ਡਾਕਟਰ ਸਹੀ ਦਵਾਈਆਂ ਵੀ ਦੇ ਦਿੰਦਾ ਜੀ, ਉਹਨਾਂ ਦੇ ਸਾਈਡ ਇਫੈਕਟ ਕਰਕੇ 1,06,000 ਮੌਤਾਂ ਹੁੰਦੀਆਂ। ਇਹ ਸੰਨ 2000 ਦੇ ਵਿੱਚ ਇੱਕ ਮੈਡੀਕਲ ਜਰਨਲ ਦੇ ਵਿੱਚ ਛਪਿਆ ਹੋਇਆ ਆਰਟੀਕਲ ਹੈ। ਇਹਦੇ 'ਚ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਗੱਪ ਹੈ। ਤੇ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਅਸੀਂ ਹੁਣ ਹਸਪੀਟਲ ਪਹੁੰਚ ਗਏ, ਹੁਣ ਅਸੀਂ ਸੁਰੱਖਿਅਤ ਹਾਂ ਜੀ, ਤਾਂ ਇਹ ਸਾਡਾ ਇੱਕ ਭਰਮ ਹੁੰਦਾ ਹੈ। ਕਿਉਂਕਿ ਮੈਂ ਫਿਰ ਉਹੀ ਗੱਲ ਇੱਕ ਦੇਸੀ ਲੌਜਿਕ ਦੇਣਾ ਚਾਹੁੰਦਾ, ਬਹੁਤ ਦੇਸੀ ਜਿਹਾ ਫਾਰਮੂਲਾ ਜਿਹੜਾ ਕਾਮਨ ਸੈਂਸ ਨਾਲ ਜੁੜਿਆ ਹੋਇਆ ਜੀ।
ਮੰਨ ਲਓ ਮੇਰੇ ਸਕੂਟਰ ਨੂੰ ਪੈਂਚਰ ਹੋ ਜਾਂਦਾ ਹੈ, ਮੈਂ ਪੈਂਚਰਾਂ ਵਾਲੇ ਬੰਦੇ ਕੋਲੇ ਜਾਂਦਾ, ਪੈਂਚਰ ਲਗਵਾਉਣ ਲਈ, ਉਹਨੂੰ ਕਹਿੰਦਾ ਮੇਰਾ ਸਕੂਟਰ ਪੈਂਚਰ ਹੋ ਗਿਆ, ਇਹਨੂੰ ਪੈਂਚਰ ਲਗਾ ਦੇ। ਠੀਕ ਹੈ। ਉਹ ਬੰਦਾ ਕਹਿੰਦਾ ਭਾਜੀ ਮੈਂ ਦੇਖੋ ਜੀ 10 ਸਾਲਾਂ ਤੋਂ ਪੈਂਚਰਾਂ ਦਾ ਕੰਮ ਕਰਦਾ ਹੈ, ਮੇਰਾ ਬਹੁਤ ਤਜਰਬਾ, ਮੈਂ ਪੈਂਚਰ ਲਗਾ ਸਕਦਾ, ਲੇਕਿਨ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਫਾਰਮ ਭਰ ਕੇ ਦਿਓ। ਓਕੇ। ਮੈਂ ਉਹਨੂੰ ਪੁੱਛਦਾ ਵੀ ਇਹ ਫਾਰਮ ਦੇ ਵਿੱਚ ਕੀ ਲਿਖਿਆ? ਉਹ ਕਹਿੰਦਾ ਕਿ ਫਾਰਮ ਦੇ ਵਿੱਚ ਲਿਖਿਆ ਕਿ ਜੇ ਪੈਂਚਰ ਲਾਉਂਦੇ ਲਾਉਂਦੇ ਤੁਹਾਡੀ ਟਿਊਬ ਖਰਾਬ ਹੋ ਗਈ ਤਾਂ ਮੈਂ ਜ਼ਿੰਮੇਵਾਰ ਨਹੀਂ ਹੋਊਂਗਾ। ਹਾਂ ਹਾਂ, ਸਹੀ ਹੈ। ਤਾਂ ਹੁਣ ਤੁਸੀਂ ਦੱਸੋ ਵੀ ਮੈਂ ਅਗਰ ਉਸ ਵਿਅਕਤੀ ਤੋਂ ਪੈਂਚਰ ਲਗਵਾਉਣਾ ਤਾਂ ਕੀ ਮੇਰੀ ਸਿਆਣਪ ਹੋਏਗੀ? ਮੈਂ ਕਦੀ ਵੀ ਨਹੀਂ ਲਗਵਾਉਂਗਾ। ਅਕਸਰ ਸਾਤੋਂ ਵੀ ਇੱਕ ਫਾਰਮ ਫਿਲ ਕਰਵਾਉਂਦੇ ਹੈ ਜੀ। ਔਰ ਮੈਂ ਜਿਵੇਂ ਤੁਹਾਡੇ ਨਾਲ ਇੱਕ ਗੱਲ ਪਿਛਲੀ ਵਾਰ ਸ਼ੇਅਰ ਕੀਤੀ ਸੀ ਕਿ ਉਹ ਇੱਕ ਲੜਕੀ ਦੇ ਗਰਦਨ ਦੇ ਵਿੱਚ ਗੰਢ ਆਈ ਸੀ, ਜਿਹਨੂੰ ਟੀਵੀ ਦੀ ਗੰਢ ਕਿਹਾ ਗਿਆ ਸੀਗਾ, ਹੈਨਾ। ਤੇ ਉਸ ਤੋਂ ਬਾਅਦ ਮਤਲਬ ਜਿਸ ਡਾਕਟਰ ਨੇ ਹੱਥ ਲਿਖਤ ਦੇ ਤੌਰ ਤੇ ਇੱਕ ਸਲਿੱਪ ਬਣਾ ਕੇ ਦਿੱਤੀ ਸੀ ਕਿ ਤੁਹਾਨੂੰ ਆਹ ਬਿਮਾਰੀ ਹੋ ਗਈ ਹੈ, ਇਹਦਾ ਇੰਨਾ ਟ੍ਰੀਟਮੈਂਟ ਚੱਲੇਗਾ, ਆਹ ਇਹਦੀਆਂ ਮੈਡੀਸਿਨਸ ਹੋਣਗੀਆਂ, 6 ਮਹੀਨੇ ਤੁਹਾਡੀ ਗਰਦਨ ਦੇ ਵਿੱਚ ਇੰਜੈਕਸ਼ਨ ਲੱਗੇਗਾ, ਉਸ ਗਿਲਟੀ ਦੇ ਵਿੱਚ ਜੋ ਗਿਲਟੀ ਬਣੀ ਸੀਗੀ, ਹਨਾ। ਮਤਲਬ ਉਹ ਇੰਨਾ ਲਿਖਿਆ ਸੀਗਾ। ਤੇ ਉਹ ਇੱਕ ਦਿਨ ਅਸੀਂ ਉਹਦੇ ਸਾਰਾ ਚਿੱਠਾ ਖੋਲ ਕੇ ਬਹਿ ਗਏ ਤੇ ਮੈਨੂੰ ਕਹਿੰਦੀ ਦੀਦੀ ਜੇ ਮੈਂ ਹੁਣ ਇਹਦੇ ਤੇ ਕੇਸ ਕਰਨਾ ਹੋਵੇ ਨਾ, ਕਹਿੰਦੀ ਚੰਗਾ ਕੇਸ ਬਣ ਜਾਊਗਾ ਵੀ ਕਿੱਥੇ ਤੁਸੀਂ ਇੱਕ ਮਰੀਜ਼ ਨੂੰ ਕਿੰਨਾ ਡਰਾਇਆ ਸੀ। ਫਿਰ ਉਸ ਡਾਕਟਰ ਨੇ ਇੱਕ ਦਿਨ ਸਪੈਸ਼ਲ ਉਸਨੂੰ ਫੋਨ ਕਰਕੇ ਬੁਲਾਇਆ ਕਿ ਬੇਟਾ ਜੀ ਕੋਈ ਗੱਲ ਨਹੀਂ, ਏਦਾਂ ਗਲਤੀ ਹੋ ਗਈ ਆ, ਬਟ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਸੀ, ਤੁਹਾਡੀ ਜਿਹੜੀ ਰਿਪੋਰਟ ਹੈ ਇਟਸ ਓਕੇ, ਟੈਨਸ਼ਨ ਨਹੀਂ ਲੈਣੀ। ਬਟ ਜਿਹੜਾ ਉਹ ਹਫਤਾ ਉਹਨੇ ਜਿਹੜਾ ਸਫਰ ਕੀਤਾ, ਇੱਕ ਹਫਤਾ ਉਹਨੂੰ ਇਹੀ ਲੱਗਿਆ ਵੀ ਗਰਦਨ ਦੇ ਵਿੱਚ ਮੇਰੇ ਗਿਲਟੀ ਆ। ਔਰ ਇਹ ਜਿਹੜੀਆਂ ਗਿਲਟੀਆਂ ਹੁੰਦੀਆਂ ਨੇ ਅਕਸਰ ਹੀ ਸਾਡੇ ਮਾਈਂਡ ਦੇ ਵਿੱਚ ਇੱਕ ਸੈਟਅਪ ਬਣ ਗਿਆ ਕਿ ਚਾਹੇ ਤਾਂ ਉਹ ਇੱਕ ਔਰਤ ਦੀ ਬ੍ਰੈਸਟ 'ਚ ਹੋਵੇ, ਚਾਹੇ ਬੱਚੇਦਾਨੀ 'ਚ ਕੁਝ ਪ੍ਰੋਬਲਮ ਹੋਵੇ, ਚਾਹੇ ਸਾਡੇ ਸਰੀਰ ਤੇ ਕਿਤੇ ਵੀ ਗੰਢ ਹੋਵੇ, ਉਹ ਇੱਕ ਕੈਂਸਰ ਰੂਪ ਜੜ ਦਾ ਜਿਹੜਾ ਰੂਪ ਲਊਗੀ। ਇਹ ਸਾਡੇ ਦਿਮਾਗ 'ਚ ਫਿੱਟ ਹੈ ਜੀ, ਇਹ ਗੱਲ ਇਹ ਨਿਕਲਦੀ ਨਹੀਂ ਹੈਗੀ। ਤੁਸੀਂ ਮੰਨੋਗੇ ਮੇਰੇ ਹੀ ਘਰ ਦੇ ਵਿੱਚ ਮੇਰੇ ਵੱਡੇ ਸਿਸਟਰ ਇਨ ਲਾ ਆ, ਉਹਨਾਂ ਦੇ ਅੰਡਰ ਆਰਮਸ ਦੇ ਵਿੱਚ ਨਾ ਇੱਕ ਬਹੁਤ ਵੱਡੀ ਗਿਲਟੀ ਆ। ਤਾਂ ਅਸੀਂ ਕਈ ਵਾਰੀ ਉਹਨੂੰ ਕਹਿੰਦੇ ਵੀ ਇਹਨੂੰ ਜੇ ਵੀ ਤੂੰ ਮੈਡੀਸਨ ਬਹੁਤ ਲੈ ਚੁੱਕੀ ਆ, ਹਨਾ, ਬਹੁਤ ਲਈ ਜਾਂਦੀ ਆ, ਉਹ ਆਪਣੀ ਮਨ ਦੀ ਕਰਦੀ ਆ, ਉਹਨੇ ਜੋ ਕਰਨਾ ਉਹ ਕਰਦੀ ਆ। ਬਟ ਉਸ ਗਿਲਟੀ ਨੂੰ ਲੈ ਕੇ ਉਹਦੇ ਦਿਮਾਗ 'ਚ ਇੱਕੋ ਹੀ ਸੈਟਅਪ ਬਣਿਆ ਵੀ ਜੇ ਇਹਦਾ ਇਲਾਜ ਨਾ ਹੋਇਆ ਨਾ ਤੇ ਇਹ ਗਿਲਟੀ ਕੈਂਸਰ ਦਾ ਰੋਗ ਜਿਹੜਾ ਲੈ ਕੇ ਆਊ। ਕਿਉਂਕਿ ਬਾਂਹ ਤੇ ਛਾਤੀ 'ਚ ਥੋੜਾ ਜਿਹਾ ਫਰਕ ਹੁੰਦਾ ਹੈਗਾ, ਤਾਂ ਉਹ ਸਾਡੇ ਮਨ ਦੇ ਵਿੱਚ ਇਹ ਹੋ ਜਾਂਦਾ ਵੀ ਇਹ ਗਿਲਟੀ ਜਿਹੜੀ ਇੱਥੇ ਹੋਈ ਆ ਨਾ, ਇਹ ਪੱਕਾ ਜਿਹੜਾ ਇਸ ਬਿਮਾਰੀ ਦਾ ਰੂਪ ਲਊਗੀ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ, ਅੱਧੇ ਅਸੀਂ ਆਪ ਆਪਣੀ ਸੋਚ ਕਰਕੇ ਬਿਮਾਰ ਹੁੰਦੇ ਆ, ਭਾਵੇਂ ਉਹ ਉਸ ਤਰ੍ਹਾਂ ਦੀ ਬਿਮਾਰੀ ਹੋਵੇ ਚਾਹੇ ਨਾ ਹੋਵੇ। ਹਾਂਜੀ, ਬਿਲਕੁਲ ਬਿਲਕੁਲ ਜੀ। ਮਤਲਬ ਜਿਹੜਾ ਅਸਲ 'ਚ ਇਹ ਹੈ ਕਿ ਦੋ ਗੱਲਾਂ ਅੱਜ ਆਪਣਾ ਮਤਲਬ ਜਿਹੜਾ ਸੀ, ਪਹਿਲੀ ਗੱਲ ਤਾਂ ਇਹ ਵੀ ਸਰਮਾਏਦਾਰੀ ਜਿਹੜੀ ਹੈ, ਉਪਭੋਗਤਾਵਾਦ ਜਿਹਦੀ ਗੱਲ ਆਪਾਂ ਕਰਦੇ ਹਾਂ, ਸਰਮਾਏਦਾਰੀ ਜਾਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਜਿਹੜੀਆਂ, ਉਹ ਸਭ ਪਹਿਲਾਂ ਤਾਂ ਇਹੋ ਜਿਹੇ ਉਤਪਾਦ ਬਣਾਉਂਦੀਆਂ ਨੇ, ਇਹੋ ਜਿਹੇ ਪ੍ਰੋਡਕਟ ਬਣਾਉਂਦੀਆਂ ਨੇ, ਉਹਨਾਂ ਦਾ ਪ੍ਰਚਾਰ ਕਰਦੀਆਂ ਨੇ। ਉਹ ਪ੍ਰੋਡਕਟ ਜਦੋਂ ਅਸੀਂ ਇਸਤੇਮਾਲ ਕਰਦੇ ਹਾਂ ਫਿਰ ਅਸੀਂ ਬਿਮਾਰ ਹੁੰਦੇ ਹਾਂ, ਫਿਰ ਉਹੀ ਕੰਪਨੀਆਂ ਦਵਾਈਆਂ ਬਣਾ ਕੇ ਸਾਨੂੰ ਵੇਚਦੀਆਂ ਨੇ ਜੀ। ਇੱਕ ਬਹੁਤ ਸ਼ਾਨਦਾਰ ਉਦਾਹਰਨ ਹੈ, ਇੱਕ ਕੰਪਨੀ ਹੈ ਜੀ ਜਿਹੜੀ ਸਿਗਰਟ ਬਣਾਉਂਦੀ ਹੈ। ਹਾਂਜੀ, ਉਹ ਕੰਪਨੀ ਸਿਗਰਟ ਬਣਾਉਂਦੀ ਹੈ ਤੇ ਉਹਨੂੰ ਪਤਾ ਹੈ ਕਿ ਸਿਗਰਟ ਪੀਣ ਨਾਲ ਕੈਂਸਰ ਹੁੰਦਾ ਹੈ। ਤੇ ਇੱਕ ਕੰਪਨੀ ਹੈ ਜਿਹੜੀ ਕੈਂਸਰ ਦੀ ਦਵਾ ਬਣਾਉਂਦੀ ਹੈ। ਤੇ ਤੁਸੀਂ ਜਦੋਂ ਉਹਨਾਂ ਕੰਪਨੀਆਂ ਦੇ ਮਾਲਕ ਦੀ ਗੱਲ ਕਰੋਗੇ ਤਾਂ ਉਹਨਾਂ ਦਾ ਮਾਲਕ ਇੱਕੋ ਹੀ ਹੈ। ਓ ਮਾਈ ਗॉड, ਸੱਚੀ ਗੱਲ? ਯੈਸ, ਮਤਲਬ ਇੱਕ ਬੰਦਾ ਜਿਹਦੇ ਉਸ ਕੰਪਨੀ ਵਿੱਚ ਵੀ ਸ਼ੇਅਰ ਨੇ, ਉਸ ਕੰਪਨੀ ਦਾ ਵੀ ਮਾਲਕ ਹੈ ਉਹ ਬੰਦਾ, ਉਹਨੂੰ ਪਤਾ ਹੈ ਕਿ ਪਹਿਲਾਂ ਕੈਂਸਰ ਨੂੰ ਅਸੀਂ ਪੈਦਾ ਕਰਾਂਗੇ, ਸਿਗਰਟ ਪਿਲਾਓ ਲੋਕਾਂ ਨੂੰ, ਸਿਗਰਟ ਦਾ ਪ੍ਰਚਾਰ ਕਰੋ, ਉਸ ਤੋਂ ਬਾਅਦ ਕੈਂਸਰ ਹੋ ਜਾਏਗਾ ਤੇ ਫਿਰ ਅਸੀਂ ਕੈਂਸਰ ਦੀ ਦਵਾ ਵੇਚਾਂਗੇ। ਵਾਹ ਜੀ ਵਾਹ, ਕੀ ਗੇਮ ਚੱਲ ਰਹੀ ਹੈ ਨਾ। ਹਾਂ, ਤੇ ਅੱਜ ਜਿਹੜਾ ਸਾਡਾ ਜਿਸ ਤੋਂ ਸ਼ੁਰੂਆਤ ਆਪਾਂ ਕੀਤੀ ਕਿ ਦਵਾਈਆਂ ਕਰਦੀਆਂ ਕੀ ਨੇ, ਆਪਾਂ ਥੋੜਾ ਜਿਹਾ ਉਹਨੂੰ ਮੈਂ ਕਰਨਾ ਚਾਹੁੰਦਾ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗ ਜਾਏ ਕਿ ਜਦੋਂ ਅਸੀਂ ਇੱਕ ਦਵਾ ਖਾਂਦੇ ਆ ਨਾ, ਸਾਡੇ ਅੰਦਰ ਕੀ ਹੁੰਦਾ ਜੀ। ਤਾਂ ਅਸਲ ਦੇ ਵਿੱਚ ਕੀ ਹੁੰਦਾ ਜੀ, ਜਿਵੇਂ ਅਸੀਂ ਆਪਣੇ ਘਰ ਦੇ ਬਾਹਰ, ਮੰਨ ਲਓ ਸਾਡੇ ਕੋਲੇ ਇੰਨੀ ਸਮਰੱਥਾ ਹੈਗੀ ਹੈ ਕਿ ਅਸੀਂ ਆਪਣੇ ਘਰ ਦੇ ਬਾਹਰ ਇੱਕ ਦਰਬਾਨ ਖੜਾ ਕਰ ਦਿੰਦੇ, ਇੱਕ ਗਾਰਡ ਖੜਾ ਕਰ ਦਿੰਦੇ ਜੀ, ਕਿ ਤੂੰ ਉਹਨਾਂ ਲੋਕਾਂ ਨੂੰ ਅੰਦਰ ਆਉਣ ਦੇਣਾ ਜਿਹੜੇ ਸਾਡੇ ਨੋਨ ਹੈਗੇ ਆ, ਤੂੰ ਅਨਨੋਨ ਪਰਸਨ ਨੂੰ ਅੰਦਰ ਨਹੀਂ ਆਉਣ ਦੇਣਾ ਜੀ। ਤਾਂ ਉਹ ਪੁੱਛੇਗਾ ਤੁਹਾਨੂੰ ਕਿ ਮੈਨੂੰ ਕਿੱਦਾਂ ਪਤਾ ਲੱਗੂ ਕਿ ਕਿਹੜਾ ਤੁਹਾਡਾ ਨੋਨ ਹੈ ਕਿਹੜਾ ਨਹੀਂ ਨੋਨ? Obviously, ਹਾਂਜੀ ਪੁੱਛੇਗਾ, ਬਿਲਕੁਲ। ਤੇ ਤੁਸੀਂ ਉਹਨੂੰ ਇੱਕ ਲਿਸਟ ਦੇ ਦਿੰਦੇ ਹੋ
ਕਿ ਆਹ ਫੋਟੋ ਹੈ ਬੰਦੇ ਦੀ, ਆਹ ਇਹਦਾ ਨਾਮ ਹੈ, ਜੇ ਇਹ ਬੰਦਾ ਅੰਦਰ ਆਏਗਾ ਤਾਂ ਇਹਨੂੰ ਆਉਣ ਦੇਣਾ, ਹੋਰ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ। ਜੀ ਠੀਕ ਹੈ। ਇਹੋ ਜਿਹਾ ਸਿਸਟਮ ਸਾਡੇ ਸਰੀਰ ਦੇ ਵਿੱਚ ਜਿਹੜਾ ਸਾਡਾ ਲਿਵਰ ਹੈ ਉਹ ਸਾਡੀ ਬਾਡੀ ਦਾ ਗਾਰਡ ਹੈ। ਠੀਕ ਹੈ। ਲਿਵਰ ਜਿਹੜਾ ਉਹਦੇ ਕੋਲ ਕੁਦਰਤ ਨੇ ਇੱਕ ਲਿਸਟ ਦਿੱਤੀ ਹੋਈ ਹੈ। ਕਿਸ ਚੀਜ਼ ਦੀ ਲਿਸਟ? ਕਿ ਫੂਡ ਕੀ ਹੈ, ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਾਣੇ 'ਚ ਆਉਂਦੀਆਂ ਨੇ ਉਹਨਾਂ ਦੇ ਅੰਦਰ ਆਉਣ ਦੇਣਾ, ਬਾਕੀ ਕਿਸੇ ਚੀਜ਼ ਨੂੰ ਤੂੰ ਬਲੱਡ ਦੇ ਵਿੱਚ ਦਾਖਲ ਨਹੀਂ ਹੋਣ ਦੇਣਾ। ਜੀ। ਤਾਂ ਲਿਵਰ ਸਾਡਾ ਬੜੀ ਇਮਾਨਦਾਰੀ ਨਾਲ ਇਹ ਨੌਕਰੀ ਕਰਦਾ। ਠੀਕ ਹੈ। ਤਾਂ ਹੁਣ ਜਦੋਂ ਇੱਕ ਦਵਾ ਜਿਹੜੀ ਹੈ, ਦਵਾ ਕੋਈ ਫੂਡ ਤਾਂ ਹੁੰਦੀ ਨਹੀਂ, ਮੈਡੀਸਨ ਜਿਹੜੀ ਉਹ ਫੂਡ 'ਚ ਨਹੀਂ ਆਉਂਦੀ। ਮੈਡੀਸਨ ਇੱਕ ਕੈਮੀਕਲ ਹੈ। ਤੇ ਜਦੋਂ ਦਵਾਈਆਂ ਬਣੀਆਂ ਉਸ ਤੋਂ ਬਹੁਤ ਪਹਿਲਾਂ ਦਾ ਇਨਸਾਨ ਬਣਿਆ ਹੋਇਆ, ਇਸ ਕਰਕੇ ਲਿਵਰ ਕੋਲ ਜਿਹੜੀ ਲਿਸਟ ਹੈ ਨਾ ਉਹਦੇ 'ਚ ਦਵਾਈਆਂ ਦਾ ਜ਼ਿਕਰ ਹੈ ਨਹੀਂ। ਜੀ। ਤਾਂ ਜਦੋਂ ਦਵਾ ਦੀ ਖੋਜ ਕੀਤੀ ਗਈ ਤਾਂ ਉਸ ਸਾਇੰਸਦਾਨ ਨੂੰ ਵੀ ਇਹ ਪਤਾ ਸੀ ਵੀ ਲਿਵਰ ਨੇ ਇਹਨੂੰ ਅਲਾਓ ਨਹੀਂ ਕਰਨਾ, ਬਲੱਡ ਦੇ ਵਿੱਚ ਜਾਣ ਨਹੀਂ ਦੇਣਾ। ਠੀਕ ਹੈ। ਤਾਂ ਫਿਰ ਇੱਕ ਸਾਜ਼ਿਸ਼ ਰਚੀ ਗਈ, ਜਾਂ ਕਹਿ ਲਈਏ ਵੀ ਇੱਕ ਤਰੀਕਾ ਲੱਭਿਆ ਗਿਆ ਕਿ ਲਿਵਰ ਦੀ ਜਿੰਨੀ ਕਪੈਸਿਟੀ ਹੈ ਰੋਕਣ ਦੀ, ਉਸ ਤੋਂ ਜ਼ਿਆਦਾ ਮਾਤਰਾ 'ਚ ਅਗਰ ਆਪਾਂ ਇਹਦੇ 'ਚ ਦਵਾ ਪਾਵਾਂਗੇ ਤਾਂ ਲਿਵਰ ਉਹਨੂੰ ਰੋਕ ਨਹੀਂ ਪਾਏਗਾ। ਠੀਕ ਹੈ। ਇੱਕ ਹੱਦ ਤੱਕ ਤਾਂ ਲਿਵਰ ਰੋਕੇਗਾ, ਲੇਕਿਨ ਇੱਕ ਹੱਦ ਤੱਕ ਉਹ ਦਵਾ ਅੰਦਰ ਵੀ ਚਲੀ ਜਾਏਗੀ। ਠੀਕ ਹੈ। ਤਾਂ ਇਹਨੂੰ ਅੰਗਰੇਜ਼ੀ ਦੀ ਮੈਡੀਕਲ ਭਾਸ਼ਾ 'ਚ ਹਾਫ ਲਾਈਫ ਡੋਜ਼ ਕਿਹਾ ਜਾਂਦਾ ਹੈ। ਵੀ ਜੇ ਤੁਹਾਡੇ ਸਰੀਰ ਨੂੰ 2 ਮਿਲੀਗ੍ਰਾਮ ਦਵਾ ਦੀ ਜ਼ਰੂਰਤ ਹੈ ਤਾਂ ਉਸ ਗੋਲੀ ਦੇ ਵਿੱਚ 4 ਮਿਲੀਗ੍ਰਾਮ ਦਵਾ ਪਾਈ ਜਾਂਦੀ। ਜੀ। ਜੇ 500 mg ਤੁਹਾਡੀ ਬਾਡੀ 'ਚ, ਜਾਂ ਇਹ ਕਹਿ ਲਓ ਵੀ ਜੇ 500 mg ਦੀ ਗੋਲੀ ਹੈ ਤੁਹਾਡੀ, ਉਹ 250 mg ਹੀ ਜਾ ਕੇ ਬਾਡੀ 'ਚ ਅਸਰ ਕਰਦੀ ਹੈ, ਬਾਕੀ ਦੀ ਨੂੰ ਲਿਵਰ ਬਾਹਰ ਕੱਢ ਦਿੰਦਾ। ਜੀ। ਪਰ ਇਹ ਕਹਿ ਲਓ ਵੀ ਲਿਵਰ ਨੂੰ ਧੋਖਾ ਦੇਣ ਦਾ ਇੱਕ ਤਰੀਕਾ ਅਪਣਾਇਆ ਗਿਆ। ਠੀਕ ਹੈ। ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਲੈਂਦੇ ਹਾਂ ਆਪਾਂ। ਮੰਨ ਲਓ ਸਾਡੇ ਇਲਾਕੇ 'ਚ ਚੋਰੀ ਹੋ ਗਈ। ਹਾਂਜੀ। ਤੇ ਅਲੱਗ-ਅਲੱਗ ਥਾਵਾਂ ਤੇ ਨਾਕੇ ਲੱਗ ਗਏ, ਪੁਲਿਸ ਨੇ ਉਸ ਚੋਰ ਦੀ ਫੋਟੋ ਸਰਕੂਲੇਟ ਕਰ ਦਿੱਤੀ, ਇੱਕ ਥਾਂ ਤੇ ਨਾਕਾ ਲੱਗਿਆ ਹੋਇਆ। ਜੀ। ਉਹਨਾਂ ਨੂੰ ਇਹ ਦੱਸ ਦਿੱਤਾ, 2 ਪੁਲਿਸ ਵਾਲੇ ਉਸ ਨਾਕੇ ਤੇ ਖੜੇ ਨੇ, ਉਹਨਾਂ ਨੂੰ ਇਹ ਦੱਸ ਦਿੱਤਾ ਕਿ ਚੋਰ ਆਏਗਾ ਕਾਰ 'ਚ ਤੇ ਆਹ ਉਹਦੀ ਫੋਟੋ ਹੈ, ਤੁਸੀਂ ਹਰ ਕਾਰ ਨੂੰ ਚੈੱਕ ਕਰਕੇ ਲੰਘਾਓ। ਠੀਕ ਹੈ। ਹੁਣ 2 ਪੁਲਿਸ ਵਾਲਿਆਂ ਦੀ ਇੱਕ ਕੈਪੈਸਿਟੀ ਹੈ, ਉਹ 1 ਮਿੰਟ ਦੇ ਵਿੱਚ ਇੱਕ ਕਾਰ ਨੂੰ ਚੈੱਕ ਕਰਦੇ। ਠੀਕ ਹੈ। ਤੇ ਚੋਰ ਦੇ ਬਚਣ ਦੀ ਕੋਈ ਗੁੰਜਾਇਸ਼ ਨਹੀਂ ਹੈ, ਕਿਉਂਕਿ ਫੋਟੋ ਵੀ ਉਹਨਾਂ ਕੋਲ ਹੈ। तो 1 मिनट ਦੇ ਵਿੱਚ ਇੱਕ ਕਾਰ ਆ ਰਹੀ ਹੈ, ਉਹਨੂੰ ਚੈੱਕ ਕਰਦੇ ਨੇ। ਹੁਣ ਅਗਰ ਚੋਰ ਜਿਹੜਾ ਉਹ ਸ਼ੈਤਾਨ ਹੈ, ਉਹ ਆਪਣਾ ਬਚਣ ਦਾ ਤਰੀਕਾ ਲੱਭ ਰਿਹਾ ਹੈ, ਤਾਂ ਉਹ ਕੀ ਕਰਦਾ, ਉਸ ਨਾਕੇ ਤੇ 1 ਮਿੰਟ 'ਚ 2 ਕਾਰਾਂ ਭੇਜਣੀਆਂ ਸ਼ੁਰੂ ਕਰ ਦਿੰਦਾ ਹੈ। ਓਕੇ। ਹੁਣ ਜਦੋਂ 1 ਮਿੰਟ 'ਚ 2 ਕਾਰਾਂ ਆਉਣਗੀਆਂ ਤਾਂ 2 ਪੁਲਿਸ ਵਾਲੇ ਜਿਹੜੇ ਆ ਉਹ ਇੱਕ ਕਾਰ ਨੂੰ ਤਾਂ ਚੈੱਕ ਕਰ ਪਾਉਂਦੇ ਨੇ ਪ੍ਰੋਪਰਲੀ, ਦੂਜੀ ਕਾਰ ਨੂੰ ਨਹੀਂ ਕਰ ਪਾਉਂਦੇ ਜੀ। ਲੇਕਿਨ ਕੁਝ ਸਮੇਂ ਬਾਅਦ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅਸੀਂ ਕੋਈ ਗੜਬੜ ਕਰ ਰਹੇ ਹਾਂ। ਅੱਛਾ, ਹਾਂ ਜੀ। ਕਾਰਾਂ 1 ਮਿੰਟ 'ਚ 2 ਆ ਰਹੀਆਂ ਨੇ, ਅਸੀਂ ਇੱਕ ਨੂੰ ਠੀਕ ਪ੍ਰੋਪਰਲੀ ਚੈੱਕ ਕਰ ਪਾ ਰਹੇ, ਦੂਜੀ ਨੂੰ ਨਹੀਂ ਚੈੱਕ ਕਰ ਪਾ ਰਹੇ, ਇਸ ਕਰਕੇ ਚੋਰ ਬਚ ਕੇ ਨਿਕਲ ਸਕਦਾ। ਹਾਂ। ਤਾਂ ਉਹ ਆਪਣੇ ਹੈੱਡ ਆਫਿਸ ਫੋਨ ਕਰਦੇ ਨੇ ਕਿ ਦੇਖੋ ਜੀ ਕਾਰਾਂ ਮਤਲਬ ਟ੍ਰੈਫਿਕ ਵੱਧ ਗਿਆ, ਅਸੀਂ ਚੈੱਕ ਨਹੀਂ ਕਰ ਪਾ ਰਹੇ, ਸਾਨੂੰ ਸਾਡੀ ਨਫਰੀ ਵਧਾਈ ਜਾ। ਠੀਕ ਹੈ। ਉਹ ਕਹਿੰਦੇ ਨੇ ਕਿੰਨੇ ਬੰਦੇ ਹੋਰ ਚਾਹੀਦੇ, ਕਹਿੰਦੇ ਜੀ ਪਹਿਲਾਂ ਅਸੀਂ 2 ਸੀਗੇ, 1 ਮਿੰਟ ਤੇ ਕਾਰ ਆਉਂਦੀ ਸੀ, ਅਸੀਂ ਚੈੱਕ ਕਰੀ ਜਾਂਦੇ ਸੀ, ਹੁਣ 2 ਕਾਰਾਂ ਆ ਰਹੀਆਂ ਨੇ, 2 ਬੰਦੇ ਹੋਰ ਭੇਜ ਦਿਓ। ਠੀਕ ਹੈ। ਹੁਣ ਉੱਥੇ 2 ਬੰਦੇ ਹੋਰ ਭੇਜਦੇ ਜਾਂਦੇ ਤੇ ਹਰ ਕਾਰ ਫਿਰ ਚੈੱਕ ਹੋ ਰਹੀ ਹੈ, ਚੋਰ ਦੇ ਬਚ ਕੇ ਨਿਕਲਣ ਦੀ ਸੰਭਾਵਨਾ ਫਿਰ ਖਤਮ ਹੋ ਜੀ। ਇਹ ਸਾਰਾ ਚੋਰ ਪੁਲਿਸ ਵਾਲਾ ਖੇਲ ਸਾਡੀ ਬਾਡੀ 'ਚ ਚੱਲਦਾ ਹੈ। ਜਦੋਂ ਦਵਾ ਜਿਹੜੀ ਅਸੀਂ ਖਾਂਦੇ ਆ, ਲਿਵਰ ਅੱਧੀ ਕੁ ਦਵਾ ਨੂੰ ਬਾਹਰ ਕੱਢ ਦਿੰਦਾ, ਅੱਧੀ ਅੰਦਰ ਚਲੀ ਜਾਂਦੀ ਹੈ, ਤਾਂ ਲਿਵਰ ਨੂੰ ਸਮਝ ਆ ਜਾਂਦੀ ਹੈ ਕੁਝ ਸਮੇਂ ਬਾਅਦ, ਤੇ ਲਿਵਰ ਆਪਣੇ ਆਪ ਨੂੰ ਅਪਡੇਟ ਕਰ ਲੈਂਦਾ। ਫਿਰ ਉਹ ਸਾਰੀ ਦੀ ਸਾਰੀ ਕੈਮੀਕਲ ਨੂੰ ਬਾਹਰ ਸੁੱਟਣਾ ਸ਼ੁਰੂ ਕਰ ਦਿੰਦਾ। ਜਦੋਂ ਫਿਰ ਅਸੀਂ ਡਾਕਟਰ ਨੂੰ ਜਾ ਕੇ ਇਹ ਕਹਿੰਦੇ ਆ, ਡਾਕਟਰ ਸਾਹਿਬ ਇਸ ਗੋਲੀ ਨਾਲ ਪਹਿਲਾਂ ਮੈਨੂੰ ਨੀਂਦ ਆਉਂਦੀ ਸੀ, ਹੁਣ ਨਹੀਂ ਆਉਂਦੀ। ਹਾਂ, ਹੁੰਦਾ ਹੈ ਕਈ ਵਾਰੀ ਇਹ ਚੀਜ਼। ਇਸ ਗੋਲੀ ਨਾਲ ਪਹਿਲਾਂ ਮੇਰਾ ਦਰਦ ਠੀਕ ਹੋ ਜਾਂਦਾ ਸੀ, ਹੁਣ ਨਹੀਂ ਹੁੰਦਾ ਜੀ। ਬਿਲਕੁਲ। ਇਸ ਗੋਲੀ ਨਾਲ ਪਹਿਲਾਂ ਮੇਰਾ ਸ਼ੂਗਰ ਲੈਵਲ ਕੰਟਰੋਲ ਹੋ ਜਾਂਦਾ ਸੀ, ਹੁਣ ਨਹੀਂ ਹੁੰਦਾ। ਤੇ ਡਾਕਟਰ ਨੂੰ ਵੀ ਸਮਝ ਆ ਜਾਂਦੀ ਹੈ ਤੇ ਲਿਵਰ ਨੇ ਆਪਣੇ ਆਪ ਨੂੰ ਅਪਡੇਟ ਕਰ ਲਿਆ ਜੀ। ਉਹ ਸਿੰਪਲੀ ਉਸ ਗੋਲੀ ਦੀ ਡੋਜ਼ ਵਧਾ ਦਿੰਦਾ।
ਜੇ ਪਹਿਲਾਂ ਉਹ 2.5 mg ਦੀ ਹੈ ਤਾਂ ਉਹ 5 mg ਦੀ ਲਿਖ ਦੂਗਾ ਤੁਹਾਨੂੰ ਕਿ ਹੁਣ ਤੂੰ ਆਹ ਗੋਲੀ ਖਾ। ਜੇ ਪਹਿਲਾਂ 500 mg ਦੀ ਹੈ ਤਾਂ ਉਹ ਜਾਂ ਤਾਂ 2 ਕਰ ਦੂਗਾ ਜਾਂ 1000 mg ਦੀ ਗੋਲੀ ਦੇ ਦੂਗਾ, ਕਿਉਂਕਿ ਉਹਨੂੰ ਪਤਾ ਹੈ ਕਿ ਹੁਣ ਇਸ ਗੋਲੀ ਨੇ ਅਸਰ ਨਹੀਂ ਕਰਨਾ। ਹੁਣ ਲਿਵਰ ਨੂੰ ਸਮਝ ਆ ਚੁੱਕੀ ਹੈ, ਪੂਰੇ ਦੀ ਪੂਰੀ ਦਵਾਈ ਨੂੰ ਫਲਸ਼ ਆਊਟ ਕਰ ਰਿਹਾ। ਹੁਣ ਇਹਦੀ ਡੋਜ਼ ਵਧਾਵਾਂਗੇ ਤਾਂ ਉਹ ਜਾ ਕੇ ਗੜਬੜ ਮਤਲਬ ਅੰਦਰ ਜਾਊ। ਠੀਕ ਹੈ। ਅੱਛਾ, ਹੁਣ ਕੀ ਹੋ ਰਿਹਾ ਹੈ? ਹੁਣ ਫਿਰ ਲਿਵਰ ਉਹ ਪੁਲਿਸ ਵਾਲੇ ਕੀ ਹੈ, ਜਦੋਂ 2 ਗੱਡੀਆਂ ਹੁਣ 4 ਬੰਦੇ ਹੋ ਗਏ, ਦੋਵਾਂ ਨੂੰ ਚੈੱਕ ਕਰ, ਚੋਰ ਪਿੱਛੋਂ 4 ਗੱਡੀਆਂ ਭੇਜਣੀਆਂ ਸ਼ੁਰੂ ਕਰ ਦਿੰਦਾ ਹੈ ਤਾਂ ਫਿਰ ਉਹਦੇ ਬਚਣ ਦੀ ਸੰਭਾਵਨਾ ਹੋ ਜਾਂਦੀਆਂ ਨੇ ਜੀ। ਅੱਛਾ, ਕੁਝ ਸਮੇਂ ਬਾਅਦ ਲਿਵਰ ਨੂੰ ਫਿਰ ਸਮਝ ਆ ਜਾਂਦੀ ਹੈ। ਇਹ ਸਿਲਸਿਲਾ ਚੱਲਦਾ ਰਹਿੰਦਾ ਤੇ ਇੱਕ ਸਮਾਂ ਇਹ ਜਿਹਾ ਜਦੋਂ ਲਿਵਰ ਨਾ ਇੱਕ ਹਾਰਡ ਸਟੈਂਡ ਲੈ ਲੈਂਦਾ, ਇੱਕ ਇਹੋ ਜਿਹਾ ਸਟੈਂਡ ਲੈ ਲੈਂਦਾ ਵੀ ਹੁਣ ਮੈਂ ਆਉਣ ਹੀ ਨਹੀਂ ਦੇਣਾ, ਦਵਾ ਨੂੰ ਜਾਣ ਹੀ ਨਹੀਂ ਦੇਣਾ, ਜੋ ਮਰਜ਼ੀ ਕਰ ਲਓ ਜੀ। ਉਹ ਸਮਾਂ ਆਉਂਦਾ ਜਦੋਂ ਡਾਕਟਰ ਕਹਿੰਦਾ ਹੁਣ ਬਈ ਗੋਲੀ ਨਹੀਂ, ਹੁਣ ਟੀਕਾ ਲਾਉਣਾ ਪਊਗਾ। ਕੰਮ ਵੱਧ ਗਿਆ ਹੁਣ ਜੀ। ਹਾਂ, ਹੁਣ ਟੀਕਾ ਕੀ ਚੀਜ਼ ਹੈ? ਉਹ ਜਿਹੜਾ ਅਸੀਂ ਆਪਣੇ ਘਰ ਦੇ ਮੂਹਰੇ ਗਾਰਡ ਖੜਾ ਕੀਤਾ ਹੈ, ਉਹਦੇ ਕੋਲ ਲਿਸਟ ਵੀ ਹੈਗੀ ਹੈ। ਉਹ ਅੰਦਰ ਆਉਣ ਵਾਲੇ ਜਿਹੜਾ ਮੂਹਰੇ ਸਾਡੇ ਮੇਨ ਗੇਟ ਰਾਹੀਂ ਬੰਦਾ ਆ ਰਿਹਾ ਉਹਨੂੰ ਤਾਂ ਉਹ ਰੋਕ ਰਿਹਾ। ਪਰ ਹੁਣ ਜੇ ਚੋਰ ਉੱਪਰ ਦੀ ਘੁੰਮ ਕੇ ਪਿਛਲੀ ਕੰਧ ਟੱਪ ਕੇ ਐਂਟਰ ਹੋ ਜਾਂਦਾ, ਗਾਰਡ ਕੀ ਕਰੂ? ਕੁਛ ਨਹੀਂ। ਸਹੀ ਗੱਲ ਹੈ। ਜਿਹੜਾ ਇੰਜੈਕਸ਼ਨ ਹੈ ਨਾ, ਉਹ ਕੰਧ ਟੱਪ ਕੇ ਅੰਦਰ ਵੜਨ ਵਾਲੀ ਗੱਲ ਹੈ ਜੀ। ਕਿਉਂਕਿ ਇੰਜੈਕਸ਼ਨ ਜਦੋਂ ਆਪਾਂ ਦਿੰਦੇ ਹਾਂ ਸਿੱਧਾ ਬਲੱਡ ਸਟ੍ਰੀਮ ਚਲਿਆ ਜਾਂਦਾ, ਉਹਦੇ ਚ ਲਿਵਰ ਦਾ ਕੋਈ ਰੋਲ ਰਹਿ ਨਹੀਂ ਜਾਂਦਾ। ਠੀਕ ਹੈ, ਫਿਰ ਕੰਮ ਡਬਲ ਹੋ ਗਿਆ ਜੀ। ਜੀ ਹਾਂ, ਇਨਸੂਲਿਨ ਦੀ ਗੱਲ ਲੈ ਲਈਏ ਆਪਾਂ ਜੀ। ਇਨਸੂਲਿਨ ਪੀਣ ਲਈ ਕਿਉਂ ਨਹੀਂ ਕਿਹਾ ਜਾਂਦਾ? ਕਿਉਂਕਿ ਅਸਲ ਚ ਪਤਾ ਹੈ ਕਿ ਇਨਸੂਲਿਨ ਇੱਕ ਇਹੋ ਜਿਹਾ ਖਤਰਨਾਕ ਕੈਮੀਕਲ ਹੈ ਜਿਹਨੂੰ ਲਿਵਰ ਨੇ ਕਿਸੇ ਵੀ ਕੀਮਤ ਤੇ ਅਲਾਉ ਨਹੀਂ ਕਰਨਾ ਬਲੱਡ ਜਾਣ। ਠੀਕ ਹੈ, ਇਸ ਕਰਕੇ ਇਨਸੂਲਿਨ ਦਾ ਟੀਕਾ ਹੀ ਲਾਇਆ ਜਾਂਦਾ ਹੈ। ਲਿਵਰ ਨੂੰ ਬਾਈਪਾਸ ਕਰ ਦਿੱਤਾ ਜਾਂਦਾ ਹੈ, ਲਿਵਰ ਨੂੰ ਉਹਦੇ ਵਿੱਚ ਐਂਟਰੀ ਨਹੀਂ ਕਰਨ ਦਿੱਤਾ ਜਾਂਦਾ, ਸਿੱਧਾ ਬਲੱਡ ਦੇ ਵਿੱਚ ਉਹ ਇਨਸੂਲਿਨ ਐਂਟਰ ਕਰਤਾ ਜਾਂਦਾ। ਮਤਲਬ ਕਿੰਨੀ ਜ਼ਬਰਦਸਤ ਖੇਡ ਚੱਲ ਰਹੀ ਹੈ, ਬਿਮਾਰੀਆਂ, ਦਵਾਈਆਂ, ਡਾਕਟਰਾਂ, ਮਰੀਜ਼ਾਂ, ਲੋਕਾਂ ਦੇ ਵਿੱਚ ਜ਼ਬਰਦਸਤ ਖੇਡ। ਮਤਲਬ ਜਿਹੜਾ ਸਾਡੇ ਮਨ ਚ ਇੱਕ ਭੁਲੇਖਾ ਹੈ ਨਾ ਕਿ ਦਵਾਈਆਂ ਸਾਨੂੰ ਬਚਾਉਣ ਲਈ ਬਣਾਈਆਂ ਗਈਆਂ ਨੇ, ਦਵਾਈਆਂ ਸਾਡੀ ਸਿਹਤ ਨੂੰ ਅੱਛਾ ਕਰਨ ਲਈ ਬਣਾਈਆਂ ਗਈਆਂ ਨੇ, ਇਹ ਭਰਮ ਸਾਨੂੰ ਕੱਢਣਾ ਪਊਗਾ ਮਨ ਚੋਂ ਜੀ। ਸਾਨੂੰ ਇਹ ਗੱਲ ਸਮਝਣੀ ਹੋਊਗੀ ਦਵਾਈਆਂ ਸਿਰਫ ਤੇ ਸਿਰਫ ਵਪਾਰ ਕਰਨ ਲਈ ਬਣਾਈਆਂ ਗਈਆਂ ਨੇ, ਸਿਰਫ ਤੇ ਸਿਰਫ ਪੈਸਾ ਕਮਾਉਣ ਲਈ ਜੀ। ਕਿਉਂਕਿ ਅਸਲ ਚ ਜੇ ਇਹ ਦਵਾਈਆਂ ਸਾਨੂੰ ਠੀਕ ਕਰਨ ਲਈ ਬਣਾਈਆਂ ਗਈਆਂ ਹੋਣ ਤਾਂ ਫਿਰ ਦਵਾਈਆਂ ਖਾਂਦੇ ਖਾਂਦੇ ਅਸੀਂ ਠੀਕ ਹੁੰਦੇ ਕਿਉਂ ਨਹੀਂ ਫਿਰ ਜੀ? ਹੈ ਨਾ? ਮਤਲਬ ਇੱਕ ਵੀ ਦਵਾ, ਡਾਕਟਰ ਚੌਧਰੀ ਹਮੇਸ਼ਾ ਕਹਿੰਦੇ ਨੇ ਵੀ ਇੱਕ ਵੀ ਦਵਾ ਇਹੋ ਜਿਹੀ ਨਹੀਂ ਹੈ ਜਿਹਦੀ ਡੈਫੀਸ਼ੀਐਂਸੀ ਕਰਕੇ ਮਨੁੱਖ ਦੀ ਮੌਤ ਹੁੰਦੀ ਹੋਵੇ ਜਾਂ ਬਿਮਾਰ ਹੁੰਦਾ ਹੋਵੇ ਬੰਦਾ। ਠੀਕ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿਉਂਕਿ ਜੀ ਦੇਖੋ ਤੇ ਆਹ ਦਵਾਈ ਨਹੀਂ ਖਾਧੀ ਇਸ ਕਰਕੇ ਤੈਨੂੰ ਸ਼ੂਗਰ ਹੋ ਗਈ, ਤੇ ਆਹ ਦਵਾਈ ਨਹੀਂ ਖਾਧੀ ਇਸ ਕਰਕੇ ਤੇਰੀ ਕਿਡਨੀ ਖਰਾਬ ਹੋ ਗਈ। ਕਿਸੇ ਵੀ ਦਵਾ ਦੀ ਡੈਫੀਸ਼ੀਐਂਸੀ ਨਾਲ ਬਿਮਾਰ ਨਹੀਂ ਹੁੰਦਾ ਬੰਦਾ। ਇਸ ਕਰਕੇ ਇਸੇ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਸੀ ਕਿ ਇੱਕ ਹਸਪੀਟਲ ਇਹੋ ਜਿਹਾ ਕੋਵਿਡ ਸੈਂਟਰ ਚੱਲ ਰਿਹਾ ਹੈ, ਆਉਣ ਵਾਲਾ ਸਮਾਂ ਇਹ ਸਾਬਤ ਕਰੇਗਾ ਕਿ ਇਹਨਾਂ ਸਾਰੀਆਂ ਦਵਾਈਆਂ ਤੋਂ ਬਿਨਾਂ, ਕਿਉਂਕਿ ਮੈਂ ਤਾਂ ਸਾਬਤ ਕੀਤਾ, ਮੈਂ ਪਿਛਲੇ 2 ਸਾਲਾਂ 'ਚ ਇਹ ਗੱਲ ਸਾਬਤ ਕੀਤੀ ਹੈ, ਇੱਕ ਵੀ ਦਵਾਈ ਖਾਧੀ ਬਿਨਾਂ ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਰਹਿ ਸਕਦਾ ਹੈ, ਇੱਕ ਵੀ ਦਵਾਈ ਖਾਧੀ ਬਿਨਾਂ ਤੁਹਾਡੀ ਸ਼ੂਗਰ ਨਾਰਮਲ ਰਹਿ ਸਕਦੀ ਹੈ, ਇੱਕ ਵੀ ਦਵਾਈ ਖਾਧੀ ਬਿਨਾਂ ਤੁਸੀਂ ਤੰਦਰੁਸਤ ਰਹਿ ਸਕਦੇ ਜੀ। ਤੇ ਆਉਣ ਵਾਲੇ ਸਮੇਂ 'ਚ ਇਹ ਗੱਲ ਸਾਬਤ ਹੋ ਜਾਏਗੀ। ਜਿਨ੍ਹਾਂ ਲੋਕਾਂ ਨੂੰ ਅੱਜ ਵੀ ਹਜੇ ਲੱਗਦਾ ਨਹੀਂ ਜੀ ਇਹ ਤਾਂ ਐਵੇਂ ਹੀ ਮਾਰਦੇ ਨੇ ਗੱਲਾਂ, ਤਾਂ ਇਹ ਗੱਲ ਸਾਬਤ ਹੋ ਜਾਏਗੀ ਕਿ ਸਾਡੀ ਹੈਲਥ ਦੇ ਵਿੱਚ ਦਵਾ ਦਾ ਕੋਈ ਰੋਲ ਨਹੀਂ ਜੀ। ਬਿਲਕੁਲ ਸਹੀ ਹੈ, ਇਹ ਠੀਕ ਹੈ ਗੱਲ, ਇਸ ਗੱਲੋਂ ਮੁਨਕਰ ਨਹੀਂ ਹੁੰਦੇ ਆਪਾਂ। ਮੈਡੀਕਲ ਸਾਇੰਸ ਦੇ ਉਹ ਪਹਿਲੂ ਨੇ ਜਿਹੜੇ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਅਸੀਂ ਮੈਡੀਕਲ ਸਾਇੰਸ ਦੇ ਵਿਰੋਧੀ ਨਹੀਂ ਆ, ਲੇਕਿਨ ਇਹਦੀ ਆੜ ਥੱਲੇ ਜਿਹੜੀ ਲੁੱਟ ਹੋ ਰਹੀ ਹੈ ਉਹਦਾ ਵਿਰੋਧ ਕਰਦੇ ਜੀ। ਬਿਲਕੁਲ, ਹੁਣ ਕਿਸੇ ਬੰਦੇ ਦਾ ਹੱਥ ਵੱਢਿਆ ਗਿਆ, ਤੁਸੀਂ ਆ ਪਿੱਛੇ ਖਬਰ ਛਪੀ ਸੀ ਨਾ, ਇੱਕ ਨਿਹੰਗ ਨੇ ਪੁਲਿਸ ਵਾਲੇ ਦਾ ਹੱਥ ਵੱਢਤਾ ਜੀ। ਜੀ ਜੀ ਹਾਂਜੀ, ਉਹ ਏਦਾਂ ਹੀ ਗੁੱਟ ਚੱਕ ਕੇ ਲੈ ਗਏ ਤੇ ਡਾਕਟਰਾਂ ਨੇ ਗੁੱਟ ਜੋੜਤਾ ਤੇ ਉਹ ਗੁੱਟ ਕੰਮ ਕਰਨ ਲੱਗ ਗਿਆ। ਹਾਂਜੀ,
ਇਹ ਕੰਮ ਜਿਹੜਾ ਇਹ ਮੈਡੀਕਲ ਸਾਇੰਸ ਹੀ ਕਰ ਸਕਦੀ ਹੈ। ਇਹ ਕੰਮ ਇੱਥੇ ਅਸੀਂ ਐਪਰੀਸ਼ੀਏਟ ਕਰਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਮਸ਼ੀਨ ਦੇ ਵਿੱਚ ਕਈ ਵਾਰ ਪੱਠੇ ਕੁੱਤਣ ਵਾਲੀ ਮਸ਼ੀਨ ਦੇ ਵਿੱਚ ਪੱਟੇ ਦੇ ਵਿੱਚ ਕਿਸੇ ਔਰਤ ਦੇ ਵਾਲ ਫਸ ਗਏ ਜਾਂ ਪੱਗ ਫਸ ਗਈ, ਉਹਦੀ ਖੋਪੜੀ ਅਲੱਗ ਹੋ ਜਾਂਦੀ ਹੈ। ਜੀ 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 ਬਿਲਕੁਲ। ਡਾਕਟਰ ਕੋਲ ਜਾਂਦੇ ਹੋ, ਮਾਈਕਰੋ ਸਰਜਰੀ ਕਰਦਾ ਹੈ, ਐਸੀ ਸਰਜਰੀ ਹੈਗੀ ਹੈ ਜਿਹਦੇ ਨਾਲ ਦੁਬਾਰਾ ਉਸ ਬੰਦੇ ਨੂੰ ਜਿਉਂਦਾ ਰੱਖਿਆ ਜਾ ਸਕਦਾ, ਬਚਾਇਆ ਜਾ ਸਕਦਾ। ਉਸ ਮੌਕੇ ਤੇ ਕੁਝ ਦਵਾਈਆਂ ਵੀ ਦੇਣੀਆਂ ਪੈਂਦੀਆਂ, ਗਲੂਕੋਜ਼ ਵੀ ਲਾਉਣਾ ਪਊਗਾ, ਖੂਨ ਵੀ ਲਾਉਣਾ ਪੈ ਸਕਦਾ, ਕਾਫੀ ਕੁਝ ਕਰਨਾ ਪੈ ਸਕਦਾ। ਠੀਕ ਹੈ। ਤਾਂ ਇੱਕ ਚੀਜ਼ ਮੈਂ ਬਹੁਤ ਕਲੀਅਰਲੀ ਕਹਿਣਾ ਚਾਹੂੰਗਾ ਕਿ ਦਵਾ ਸਿਰਫ ਉਦੋਂ ਜਦੋਂ ਲਾਈਫ ਸੇਵ ਕਰਨ ਦਾ ਮਾਮਲਾ ਹੋ, ਜਦੋਂ ਜ਼ਿੰਦਗੀ ਮੌਤ ਦਾ ਮਾਮਲਾ ਹੋਵੇ, ਉਦੋਂ ਕਿਸੇ ਦਵਾ ਦਾ ਇਸਤੇਮਾਲ ਕਰਦੇ ਹੋ ਤੁਸੀਂ, ਕੀਤਾ ਜਾ ਸਕਦਾ, ਕੋਈ ਰੌਲਾ ਨਹੀਂ। ਠੀਕ ਹੈ। ਲੇਕਿਨ ਜਿਹੜੀ ਅਸੀਂ ਮਾੜਾ ਬੁਖਾਰ ਹੋਇਆ ਫੱਕਾ ਮਾਰ ਲਿਆ ਪੈਰਾਸੀਟਾਮੋਲ ਦਾ, ਅਸੀਂ ਕੌਂਬੀ ਫਲੇਮ ਖਾਈ ਜਾਂਦੇ ਆ, ਅਸੀਂ ਲਗਾਤਾਰ ਡੋਲੋ ਵਰਗੀਆਂ ਦਵਾਈਆਂ, ਜਿਹੜੀਆਂ ਦਵਾਈਆਂ ਜੇ ਆਪਾਂ ਕੈਟਾਗਰਾਈਜ਼ ਕਰੀਏ ਨਾ ਜੀ, ਤਾਂ ਦਵਾਈਆਂ ਦੇ ਵਿੱਚ ਸਭ ਤੋਂ ਖਤਰਨਾਕ ਦਵਾਈ ਪੈਰਾਸੀਟਾਮੋਲ ਹੈ। ਓਕੇ। ਹਾਂ, ਜੇ ਦਵਾਈਆਂ ਦੀ ਉਹ ਕੈਟਾਗਰਾਈਜ਼ ਕਰੀਏ ਨਾ ਸਭ ਤੋਂ ਖਤਰਨਾਕ ਦਵਾ ਕਿਹੜੀ, ਤਾਂ ਪੈਰਾਸੀਟਾਮੋਲ ਜਿੰਨਾ ਹਾਰਮ ਕਰਦੀ ਹੈ ਬੋਡੀ ਨੂੰ, ਹੋਰ ਕੋਈ ਦਵਾਈ ਸ਼ਾਇਦ ਨਾ ਕਰਦੀ। ਤੇ ਪੈਰਾਸੀਟਾਮੋਲ ਤਾਂ ਆਮ ਹੀ ਲੈਣੇ ਹੈਗੇ, ਸਾਡੇ ਹਰ ਮੈਡੀਕਲ ਬਾਕਸ, ਘਰਾਂ ਦੇ ਵਿੱਚ ਇੱਕ ਮੈਡੀਕਲ ਬਾਕਸ ਬਣਿਆ ਹੁੰਦਾ, ਹਰ ਇੱਕ ਦੇ ਘਰ ਦੇ ਵਿੱਚ ਹੈ, ਚਾਹੇ ਕੋਈ ਬਾਮ ਲਾ ਲਓ, ਟਿਊਬ ਲਾ ਲਓ ਔਰ ਮੈਡੀਸਨ ਲਾ ਲਓ। ਮੈਨੂੰ ਲੱਗਦਾ ਪੈਰਾਸੀਟਾਮੋਲ ਤਾਂ ਸਾਡੀ ਪਹਿਲੇ ਨੰਬਰ ਤੇ ਹੁੰਦੀ ਹੈ, ਡੋਲੋ ਹੁੰਦੀ ਹੈ ਸਾਡੀ, ਕੌਂਬੀਫਲੈਮ ਹੁੰਦੀ ਹੈ ਸਾਡੀ, ਤਾਂ ਬੜੀਆਂ ਸਾਰੀਆਂ ਮੈਡੀਸਿਨਸ ਨੇ ਸਾਡੀਆਂ ਤਾਂ ਜੋ ਕੰਟੀਨਿਊ ਰਹਿੰਦੀਆਂ ਨੇ, ਅਸੀਂ ਮੁੱਕਣ ਨਹੀਂ ਦਿੰਦੇ ਉਹਨਾਂ ਨੂੰ। ਤਾਂ ਮੈਂ ਇਹ ਗੱਲ ਅੱਜ ਦੀ ਇਸ ਗੱਲਬਾਤ ਤੋਂ ਸੁਣੇ ਜੀ, ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਦਵਾ, ਅੰਗਰੇਜ਼ੀ ਦਵਾ ਖਾਣ ਤੋਂ ਪਹਿਲਾਂ 1000 ਵਾਰ ਸੋਚੋ। ਜੇ ਤੁਹਾਡਾ ਕੰਮ ਜਿਹੜਾ ਬਿਨਾਂ ਦਵਾ ਖਾਧੀ ਤੋਂ, ਤੁਸੀਂ ਹੁਣ ਸਿੰਪਲ ਗੱਲ, ਜੇ ਮੰਨ ਲਓ ਤੁਹਾਡੀ ਦਾੜ ਦੁਖਦੀ ਹੈ ਜੀ, ਹਾਂਜੀ, ਉਹਦੇ ਚ ਇੱਕ ਲੌਂਗ ਰੱਖ ਲਓ, ਤੁਹਾਨੂੰ ਰਾਹਤ ਮਿਲ ਜਾਂਦੀ ਹੈ। ਬਿਲਕੁਲ। ਜਿੰਨਾ ਅਸਰ ਇੱਕ ਕੌਂਬੀ ਫਲੇਮ ਕਰੇਗੀ ਨਾ ਤੁਹਾਡੀ ਦਾੜ ਦੇ ਦਰਦ ਨੂੰ, ਉਨਾ ਅਸਰ ਲੌਂਗ ਕਰ ਦਿੰਦਾ ਜੀ। ਤਾਂ ਇਹਦੇ ਲਈ ਜਾਂ ਤਾਂ ਸਾਨੂੰ ਜਾਣਕਾਰੀ ਦੀ ਘਾਟ ਹੈ, ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈ, ਜਾਂ ਅਸੀਂ ਸੁਵਿਧਾ ਪ੍ਰਸਤ ਇੰਨੇ ਹੋ ਗਏ ਆ ਵੀ ਅਸੀਂ ਕੋਈ ਕਸ਼ਟ ਝੇਲਣ ਨੂੰ ਤਿਆਰ ਨਹੀਂ, ਤੁਰੰਤ ਅਸੀਂ ਚਾਹੁੰਦੇ ਹਾਂ ਸਾਨੂੰ ਆਰਾਮ ਆ ਜਾਏ ਤੇ ਅਸੀਂ ਦਵਾ ਖਾ ਲਈਏ। ਲੇਕਿਨ ਇਹ ਦਵਾਈਆਂ ਸਾਡੇ ਸਰੀਰ ਦੇ ਅੰਦਰ ਜਾ ਕੇ ਇੰਨਾ ਕੁ ਨੁਕਸਾਨ, ਤੁਸੀਂ ਇੱਕ ਹੋਰ ਆਵਾਜ਼ ਆ ਰਹੀ ਜੀ ਵਿੱਚੋਂ, ਕੋਈ ਤੁਹਾਡੇ ਫੋਨ ਵੱਜ ਰਿਹਾ ਸ਼ਾਇਦ। ਨਹੀਂ, ਉਹ ਬਸ ਹੁਣ ਕਾਲਰਸ ਨੂੰ ਕਈ ਨਹੀਂ ਸੁਣਦੇ ਹੁੰਦੇ ਨਾ ਜੀ ਪ੍ਰੋਗਰਾਮ, ਤੇ ਉਹ ਮੈਂ ਸਵਿਚ ਆਫ ਹੀ ਕਰਤਾ ਫੋਨ। ਉਹ ਫਿਰ ਕੰਟੀਨਿਊ ਕਾਲਿੰਗ ਦੇ ਵਿੱਚ ਰਹਿੰਦੇ ਹੈਗੇ, ਕਿਉਂਕਿ ਇੱਕ ਤਾਂ ਪ੍ਰੋਗਰਾਮ ਸੁਣ ਕੇ ਆਪਣਾ ਸਮਾਂ ਵੀ ਹੋ ਚੁੱਕੇ ਨਾ, ਸਮਾਂ ਹੋ ਚੁੱਕਿਆ, ਪਰ ਅੱਜ ਆਪਾਂ ਲੇਟ ਸ਼ੁਰੂ ਕੀਤਾ ਸੀ, 8 ਵਜੇ ਆਪਾਂ 25 ਮਿੰਟ ਤੱਕ ਲੈ ਗਏ ਸੀ ਜੀ, 25 ਤੋਂ ਆਪਾਂ ਆਪਣੀ ਅਸਲੀ ਗੱਲ ਦੇ ਵਿੱਚ ਆਏ ਸੀਗੇ। ਸੋ ਮੈਂ ਤਾਂ ਕਹਿੰਦੀ, ਅਗਰ ਤੁਸੀਂ, ਤੁਹਾਡੇ ਕੋਲ ਸਮਾਂ ਹੈਗਾ ਤਾਂ ਤੁਸੀਂ ਸਮਾਂ ਲਗਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਨਹੀਂ ਬਾਅਦ ਦੇ ਵਿੱਚ ਤਾਂ ਫਿਰ ਕਾਲਿੰਗ ਮੇਰੀ ਸਟਾਰਟ ਹੀ ਰਹੇਗੀ, ਉਹ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਕੋਈ ਗੱਲ ਨਹੀਂ, 5-7 ਮਿੰਟ ਆਪਾਂ ਹੋਰ ਗੱਲ ਕਰਦੇ ਹਾਂ। ਜੀ ਹਾਂਜੀ ਜੀ। ਤਾਂ ਮਤਲਬ ਇਹ ਹੈ ਕਿ ਜੇ ਅੰਗਰੇਜ਼ੀ ਦਵਾ ਖਾਣ ਤੋਂ ਪਹਿਲਾਂ 1000 ਵਾਰ ਸੋਚਣਾ ਤੇ ਟੀਕਾ ਲਾਉਣ ਤੋਂ ਪਹਿਲਾਂ 2000 ਵਾਰ ਸੋਚਣਾ। ਠੀਕ ਹੈ। ਲੇਕਿਨ ਸਾਡੇ ਜਿਹੜੇ ਲੋਕ ਨੇ, ਮੈਂ ਦੇਖਿਆ ਵੀ ਕਈ ਵਾਰ ਜਾ ਕੇ ਖੁਦ ਡਾਕਟਰ ਨੂੰ ਕਹਿੰਦੇ, ਡਾਕਟਰ ਦਵਾ ਰਹਿਣ ਦੇ, ਤੂੰ ਟੀਕਾ ਲਾ ਦੇ। ਹਾਂ ਬਿਲਕੁਲ ਸੱਚੀ ਗੱਲ ਹੈ, ਕਹਿੰਦੇ ਆਪਾਂ। ਹਾਂ ਵੀ ਤੂੰ ਦਵਾ ਰਹਿਣ ਦੇ, ਟੀਕਾ ਹੀ ਲਾ ਦੇ ਜੀ। ਸਾਨੂੰ ਇਹ ਲੱਗਦਾ ਕਿ ਅਸੀਂ ਮਤਲਬ ਛੇਤੀ ਠੀਕ ਹੋ ਜਾਈਏ ਜੀ। ਤਾਂ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜਾ ਸ਼ਾਰਟਕਟ ਹੁੰਦਾ ਨਾ, ਕਿਸੇ ਵੀ ਚੀਜ਼ ਦਾ ਸ਼ਾਰਟਕਟ ਹੁੰਦਾ, ਉਹ ਕੋਈ ਚੰਗਾ ਨਹੀਂ ਹੁੰਦਾ। ਅਸੀਂ ਸ਼ਾਰਟਕਟ ਨਾ ਅਪਣਾਈਏ, ਅਸੀਂ ਆਪਣੇ ਸਰੀਰ ਨੂੰ ਸਮਝੀਏ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਦੁਨੀਆ ਨੂੰ ਬਦਲਣ ਦੀ ਤਾਂ ਗੱਲ ਕਰਦੇ ਹਾਂ, ਅਸੀਂ ਆਪਣੇ ਸਰੀਰ ਨੂੰ ਹੀ ਨਹੀਂ ਸਮਝ ਪਾਉਂਦੇ। ਪੂਰਾ ਜੀਵਨ, ਪੂਰੀ ਜ਼ਿੰਦਗੀ ਅਸੀਂ ਇਹ ਨਹੀਂ ਸਮਝ ਪਾਉਂਦੇ ਸਾਡਾ ਸਰੀਰ ਫੰਕਸ਼ਨ ਕਿਵੇਂ ਕਰਦਾ ਹੈ, ਸਾਡਾ ਸਰੀਰ ਕੰਮ ਕਿਵੇਂ ਕਰਦਾ ਹੈ, ਸਾਡੇ ਸਰੀਰ ਦੇ ਆਰਗਨ ਕਿਸ ਚੀਜ਼ ਦੇ ਬਣੇ ਹੋਏ ਨੇ, ਉਹਨਾਂ ਨੂੰ ਕਿਹੜੀ ਕਿਹੜੀ ਖੁਰਾਕ ਚਾਹੀਦੀ ਹੈ। ਇਹ ਸਾਰੀ ਨੌਲੇਜ ਜਿਹੜੀ ਹੈ, ਇਹ ਲੈਣਾ ਸਾਡੇ ਲਈ ਸਭ ਤੋਂ ਪਹਿਲੀ ਜ਼ਰੂਰਤ ਹੈ ਜੀ। ਤਾਂ ਕਿ ਅਸੀਂ, ਅਗਰ ਦੇਖੋ, ਇੱਕ ਕਹਾਵਤ ਅੱਜ ਕੱਲ ਆਮ ਚੱਲਦੀ ਹੈ ਬਈ ਸਾਰੀ ਉਮਰ ਅਸੀਂ ਪੈਸਾ ਕਮਾਉਣੇ ਆ,
ਤੇ ਉਮਰ ਦੇ ਆਖਰੀ ਕੁਝ ਸਾਲਾਂ ਤੋਂ ਸਾਰਾ ਹੀ ਪੈਸਾ ਅਸੀਂ ਡਾਕਟਰਾਂ ਨੂੰ ਦੇ ਦਿੰਦੇ ਨਿਬੇੜ ਦਿੰਦੇ ਆ ਵੀ ਆਹ ਕਮਾਇਆ ਸੀ ਭਾਈ ਲੈ ਜਾ। ਸੱਚੀ ਗੱਲ ਹੈ। ਤੇ ਇਹਦਾ ਮਤਲਬ ਵੀ ਤੁਸੀਂ ਸਾਰੀ ਉਮਰ ਕਮਾਈ, ਲੋਕ ਕਹਿੰਦੇ ਜੀ ਅਸੀਂ ਆਪਣੇ ਬੱਚਿਆਂ ਲਈ ਕਰਦੇ ਆ, ਕਿਸੇ ਕੋਈ ਬੱਚਿਆਂ ਬੁੱਚਿਆਂ ਲਈ ਨਹੀਂ ਕਰਦੇ। ਤੁਸੀਂ ਡਾਕਟਰ ਤੇ ਦਵਾ ਕੰਪਨੀਆਂ ਲਈ ਸਾਰੀ ਉਮਰ ਕਮਾਈ ਕਰਦੇ ਹੋ। ਇਹ ਸਾਰੀ ਉਮਰ ਦੀ ਕਮਾਈ ਤੁਹਾਡੀ ਇੱਕ ਬਿਮਾਰੀ ਹੋਣ ਤੇ ਸਾਰੀ ਦੀ ਸਾਰੀ ਹਸਪੀਟਲ ਲੈ ਲੈਣਾ, ਤੁਹਾਡੀ ਜ਼ਮੀਨ ਵਿਕ ਜਾਂਦੀ ਹੈ, ਗਹਿਣੇ ਵਿਕ ਜਾਂਦੇ ਨੇ। ਤੇ ਇਹਦਾ ਮਤਲਬ ਤੁਸੀਂ ਕਮਾਇਆ ਕਿਹਦੇ ਲਈ ਫਿਰ? ਆਪਣੇ ਲਈ ਤਾਂ ਕਮਾਇਆ ਨਹੀਂ, ਆਪ ਤਾਂ ਤੁਸੀਂ ਇੰਜੋਏ ਵੀ ਨਹੀਂ ਕੀਤਾ, ਸਾਰੀ ਜ਼ਿੰਦਗੀ ਕਮਾਉਣ ਤੇ ਲਾਤੀ ਤੇ ਅੰਤ ਚ ਤੁਸੀਂ ਉਹ ਸਾਰਾ ਪੈਸਾ ਚੱਕ ਕੇ ਜਾ ਕੇ ਕਿਸੇ ਡਾਕਟਰ ਦੀ ਝੋਲੀ ਚ ਪਾਤਾ ਜਾਂ ਕਿਸੇ ਹਸਪਤਾਲ ਦੀ ਝੋਲੀ ਚ ਪਾਤਾ। ਡਾਕਟਰ ਸਾਹਿਬ ਇੱਕ ਮੈਸੇਜ ਆਇਆ ਹੈ, ਰਾਮ ਸਿੰਘ ਫੁੱਲੋ ਮਿੱਟੀ ਬੜੇ ਖੁਸ਼ ਹੋ ਰਹੇ ਹੈਗੇ, ਕਹਿੰਦੇ ਬੜਾ ਸੋਹਣਾ ਅੱਜ ਦਾ ਪ੍ਰੋਗਰਾਮ, ਉਦਾਹਰਨ ਦੇ ਕੇ ਤੁਸੀਂ ਸਮਝਾ ਰਹੇ ਹੋ, ਅੱਛੀ ਗੱਲ ਹੈ। ਡਾਕਟਰ ਸਾਹਿਬ ਐਕਸਪੈਰੀਮੈਂਟ ਕਹਿੰਦੇ ਹੁੰਦੇ ਨੇ ਦੂਜੇ ਦੇ ਕਰਕੇ ਉਸ ਦਾ ਨਫਾ ਨੁਕਸਾਨ ਦੇਖਣਾ ਬਹੁਤ ਸੌਖਾ, ਪਰ ਐਕਸਪੈਰੀਮੈਂਟ ਆਪਣੇ ਤੇ ਕਰਨੇ ਆ। ਤੁਸੀਂ ਮੰਨੋਗੇ ਮੇਰੀਆਂ 2 ਟੈਬਲੇਟ ਤਾਂ ਬਿਲਕੁਲ ਪੱਕੀਆਂ ਸੀ, ਥਾਇਰਾਇਡ ਸੀਗੀ, ਇੱਕ ਮੇਰੀ ਮਾਈਗ੍ਰੇਨ ਦੀ ਸੀਗੀ। 2 ਟੈਬਲੇਟ ਮੇਰੀਆਂ ਫਾਈਨ ਸੀਗੀਆਂ ਕਿ ਮੈਂ ਲੈਣੀਆਂ ਹੀ ਸੀ ਦਿਨ ਵਿੱਚ ਦੀ, ਠੀਕ ਹੈ। ਅਗਰ ਉਹ ਮੈਂ ਨਾ ਲੈਂਦੀ ਸੀਗੀ ਤਾਂ ਮਾਈਗ੍ਰੇਨ ਇੰਨਾ ਜ਼ਿਆਦਾ ਵੱਧ ਜਾਂਦਾ ਸੀ ਔਰ ਮੇਰਾ ਕੰਮ ਵੀ ਸਾਰਾ ਮੇਰੇ ਈਅਰ ਤੋਂ ਮੇਰੇ ਮਾਊਥ ਤੱਕ ਦਾ ਸੀਗਾ, ਸੁਣਨਾ ਵੀ ਲਾਜ਼ਮੀ ਹੈ ਔਰ ਬੋਲਣਾ ਵੀ ਲਾਜ਼ਮੀ ਹੈ ਔਰ ਸਾਰਾ ਬ੍ਰੇਨ ਤੇ ਅਸਰ ਸੀ। ਮੈਂ ਟੱਚਵੁੱਡ ਕਹਿੰਦੀ ਹਾਂ ਕਿ ਮੈਂ ਥਾਇਰਾਇਡ ਤਾਂ ਪਿਛਲੇ ਮੰਥ ਹੀ ਛੱਡਤੀ ਸੀਗੀ, ਇੱਥੇ ਦੱਸਿਆ ਵੀ ਸੀ, ਔਰ ਮਾਈਗ੍ਰੇਨ ਦੀ ਮੈਂ ਲਾਸਟ ਮੰਥ ਤੋਂ ਬਿਲਕੁਲ ਨਹੀਂ ਲਈ। ਇੱਕ ਦਿਨ ਬਹੁਤ ਹਾਰਡ ਮਾਈਗ੍ਰੇਨ ਸ਼ੁਰੂ ਹੋਇਆ ਸੀ, ਮੈਂ ਥੋੜੀ ਜਿਹੀ ਫਨੀ ਹੈ ਆਪਣੇ ਆਪ ਦੇ ਵਿੱਚ, ਸੱਚੀ ਗੱਲ ਹੈ। ਮੈਂ ਸੋਚਿਆ ਨਾ, ਮੈਂ ਕਿਹਾ ਵੀ ਹੁਣ ਕੁਝ ਨਹੀਂ ਹੋ ਸਕਦਾ, ਸੰਡੇ ਸੀ ਉਸ ਦਿਨ, ਐਤਵਾਰ ਸੀਗਾ, ਤੇ ਮੇਰਾ ਸਿਰ ਇੰਨਾ ਜ਼ਿਆਦਾ ਉੱਠਿਆ ਕਿ ਹੁਣ ਮੈਨੂੰ ਲੱਗਿਆ ਵੀ ਮੈਨੂੰ ਗੋਲੀ ਲੈਣੀ ਪਊਗੀ। ਪਰ ਮੈਂ ਸੋਚਿਆ ਇੱਕ ਐਕਸਪੈਰੀਮੈਂਟ ਨਾ ਕਰਕੇ ਵੇਖ ਲਾਂ, ਤਾਂ ਮੈਂ ਦਬਾ ਕੇ ਪਾਣੀ ਪੀਤਾ ਕਿਉਂਕਿ ਬਾਹਰ ਨਹੀਂ ਜਾ ਸਕਦੀ ਸੀ, ਲੋਕਡਾਊਨ ਸੰਡੇ ਦਾ ਆਪਣਾ ਚੱਲਦਾ ਸੀ ਉਦੋਂ, ਤਾਂ ਨਹੀਂ ਆਪਾਂ ਗਏ ਹਨਾ, ਜਾਂ ਤਾਂ ਕਿ ਆਪਾਂ ਕੋਈ ਨਾਰੀਅਲ ਪਾਣੀ ਪੀ ਆਉਂਦੇ ਜਾਂ ਜਿਵੇਂ ਵੀ ਸੀਗਾ। ਤਾਂ ਮੈਂ ਦਬਾ ਕੇ ਪਾਣੀ ਪੀਤਾ ਔਰ ਮੇਰੇ ਕੋਲੇ ਹੁਣ ਹਾਸੀ ਵਾਲੀ ਗੱਲ ਵੀ ਕਿ 1.5 ਕਿਲੋ ਖੀਰੇ ਪਏ ਸੀ ਘਰੇ। ਮੈਂ ਨਮਕ ਲਗਾਇਆ ਕਰਾਂ, 2 ਮਿੰਟਾਂ ਬਾਅਦ 2-3 ਖੀਰੇ ਖਾ ਲਿਆ ਕਰਾਂ। ਮੈਂ ਨਵੇੜ ਤੇ ਉਹ ਸਾਰੇ ਘੰਟੇ ਦੇ ਵਿੱਚ 12 ਤੋਂ ਪਹਿਲਾਂ ਨਵੇੜ ਕੇ ਤੋ ਉਹ ਖਾ ਲਿਆ। ਹੁਣ ਪਾਣੀ ਪੀ ਲਿਆ ਤੇ ਉਹ ਖਾ ਲਿਆ ਤੇ ਉਹ ਠੀਕ ਹੈ ਹਨਾ, ਆਪਣੀ ਪੇਟ ਪੂਜਾ ਵੀ ਹੋ ਗਈ ਤੇ ਆਪਾਂ ਸੌਂ ਗਏ। ਸ਼ਾਮ ਨੂੰ ਜਦੋਂ ਆਪਾਂ ਉੱਠੇ ਆ ਤਾਂ ਸੱਚ ਪੁੱਛੋ ਇੱਕ ਚਮਤਕਾਰ ਹੀ ਸੀਗਾ। ਮੈਂ ਹੱਸੀ ਵੀ ਜਾਵਾਂ ਤੇ ਮੈਂ ਸੋਚੀ ਵੀ ਜਾਵਾਂ, ਮੈਂ ਕਿਹਾ ਐਕਸਪੈਰੀਮੈਂਟ ਕਾਮਯਾਬ ਹੋ ਗਿਆ। ਹੁਣ ਕਹਿੰਦੇ ਨਾ ਜਦੋਂ ਤੁਸੀਂ ਆਪ ਗੁੜ ਖਾਣਾ ਛੱਡਿਆ ਤੇ ਫਿਰ ਦੂਜੇ ਨੂੰ ਦੱਸਣਾ ਵੀ ਗੁੜ ਹਾਨੀਕਾਰਕ ਹੈ ਜਾਂ ਨਹੀਂ ਆ। ਤਾਂ ਮੈਂ ਇਹ ਚੀਜ਼ ਦੇਖ ਲਈ। ਹੁਣ ਮੈਂ ਲਾਸਟ ਮੰਥ ਤੋਂ ਆਪਣੀ ਮਾਈਗ੍ਰੇਨ ਦੀ ਕੋਈ ਮੈਡੀਸਨ ਨਹੀਂ ਲੈ ਰਹੀ ਇਸ ਟਾਈਮ, ਟੱਚਵੁੱਡ ਮੈਂ ਕੋਈ ਮੈਡੀਸਨ ਨਹੀਂ ਲੈ ਰਹੀ, ਸਭ ਮੈਡੀਸਨ ਮੈਂ ਕ੍ਰਾਸ ਮਾਰਤਾ। ਡਾਕਟਰ ਨੇ ਮੈਨੂੰ ਮੈਸੇਜ ਵੀ ਲਗਾਇਆ ਸੀ ਕਿਸੇ ਦੇ ਥਰੂ ਕਿ ਹੁਣ ਆਪਣਾ ਥਾਇਰਾਇਡ ਚੈੱਕ ਕਰਵਾ ਜਾ। ਮੈਂ ਕਿਹਾ ਮੈਂ 3:45 ਉੱਠੀਦਾ ਤੇ 15 ਮਿੰਟ ਆਪਣੇ ਆਪ ਨੂੰ ਫਰੈਸ਼ ਕਰੀਦਾ, ਥੋੜੀਆਂ ਅੱਖਾਂ ਖੋਲੀ ਦੀਆਂ ਨੇ, ਥੋੜਾ ਵਾਕ ਕਰੀਦੀ ਹੈ ਕਿ ਮੈਂ ਠੀਕ ਹੈ। ਔਰ ਮੈਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਆਪਣੀ ਹਾਰਡ ਐਕਸਰਸਾਈਜ਼ ਕਰਦੀ ਹਾਂ ਜੀ। YouTube ਤੋਂ ਚੱਕ ਲੈਂਦੀ ਹਾਂ ਕੁਝ ਐਕਸਰਸਾਈਜ਼ ਹਨਾ, ਤਾਂ ਕਿ ਆਪਣੀ ਬੋਡੀ ਨੂੰ ਤੰਦਰੁਸਤ ਰੱਖਾਂ। ਤੇ ਮੈਂ ਘੰਟਾ ਐਕਸਰਸਾਈਜ਼ ਕਰਦੀ ਹਾਂ। ਹੁਣ ਮੈਨੂੰ ਇਹ ਆਪਣੇ ਆਪ ਨੂੰ ਗੁੱਡ ਫੀਲ ਹੁੰਦਾ ਕਿ ਮੈਂ ਤੰਦਰੁਸਤ ਵੀ ਲੱਗਦੀ ਹਾਂ ਆਪਣੇ ਆਪ ਨੂੰ। ਔਰ ਸੁਸਤੀ, ਜਿਵੇਂ ਪਹਿਲਾਂ ਮੈਂ ਡਿੱਗੂ ਗੋਡਿਆਂ ਦੇ ਵਿੱਚ ਕਿਚਰ ਹੁੰਦਾ ਸੀ, ਤਾਂ ਬਈ ਮੈਨੂੰ ਤਾਂ ਫਰਕ ਹੈ। ਦੇਖੋ ਮੈਂ ਦੂਜੇ ਦੀਆਂ ਗੱਲਾਂ ਦੇ ਵਿੱਚ ਆਉਣ ਵਾਲੀ ਬਹੁਤ ਘੱਟ ਆ। ਮੈਂ ਪਹਿਲਾਂ ਜੇ ਕਿਸੇ ਨੂੰ ਸੁਣ ਲੈਂਦੀ ਹਾਂ, ਪਹਿਲਾਂ ਮੈਂ ਉਹਦੀਆਂ ਗੱਲਾਂ ਤੇ ਤਾਂ ਯਕੀਨ ਕਰਦੀ ਹਾਂ, ਪਹਿਲਾਂ ਮੈਂ ਆਪਣੇ ਆਪ ਤੇ ਐਕਸਪੈਰੀਮੈਂਟ ਕਰਦੀ ਹਾਂ ਉਸ ਚੀਜ਼ ਨੂੰ ਲੈ ਕੇ। ਸੋ ਭਾਈ ਕੋਈ ਮੈਡੀਸਨ ਨਹੀਂ, ਈਵਨ ਕਿ ਇਹ ਨਹੀਂ ਹੈਗਾ ਕਿ ਮੈਂ ਉਹ 2 ਗੋਲੀਆਂ ਮੇਰੀਆਂ ਕੰਟੀਨਿਊ, ਮੇਰਾ ਪੱਤਾ ਮੁੱਕਣ ਨਹੀਂ ਦਿੰਦੀ ਸੀ। ਮੈਂ ਘਰੇ ਵੀ ਇੱਕ ਪੱਤਾ ਹੁੰਦਾ ਸੀ ਜੀ, ਇੱਕ ਮੇਰੇ ਪਰਸ ਚ ਹੁੰਦਾ ਸੀ, ਤਾਂ ਦੋਨੋਂ ਟੈਬਲੇट्स मेरे नाल जिथे मैं जाती सी, जहां जहां तुम चलोगे हम साथ साथ होंगे, वो वाला हाल सी मेरा था जी। हाँ जी जी, ये बहुत वधिया। एक मैं तुहानू मनजीत जी स्पैशल तुहानू एक नुस्खा दसना चाहना। नुस्खा नहीं है, मैडिसिन है वो, मतलब वो डिप्रेशन है, माइग्रेन है, मतलब इहदे नाल ही बहुत लाभदायक चीज है। तुसीं ना केसर लेना जी, केसर, ठीक है। हाँ जी, केसर लेना 0.1 ग्राम। अच्छा, 0.1 ग्राम, ठीक है। हाँ, मान लो अगर तुसी 2 ग्राम की पैकिंग या 1 ग्राम की पैकिंग की आउंदा, बहुत महंगा थोड़ा हुंदा, महंगा हुंदा, ठीक है। ते जे तुहाडी 1 ग्राम की पैकिंग है तो 10 हिस्से कर लो, है ना। अच्छा, ठीक है। जे 2 ग्राम की पैकिंग है तो 20 हिस्से कर लो, ठीक है। सवेरे सवेरे खाली पेट 1 गिलास पानी का थोड़ा गुनगुन गर्म करना है। गर्म पानी दे विच 0.1 ग्राम केसर पा देना तुसीं,
ਉਹ ਕੁੜੀਆਂ ਜੀਆਂ ਹੁੰਦੀਆਂ ਛੋਟੇ ਛੋਟੀਆਂ ਬਾਲ ਜਿਹੇ, ਉਹ ਇੱਕ ਚੁਟਕੀ ਭਰ ਕੇ ਪਾ ਦੇਣਾ, ਉਹਨੂੰ ਢੱਕ ਦੇਣਾ। ਅੱਛਾ। ਅੱਧਾ ਘੰਟਾ ਉਹਨੂੰ ਪਿਆ ਰਹਿਣ ਦੇਣਾ। ਠੀਕ ਹੈ। ਉਹਦੇ ਚ ਫਿਰ ਐਬਜ਼ੌਰਬ ਹੋ ਜਾਂਦਾ, ਉਹ ਹਿਲਾਓ ਚਮਚੇ ਨਾਲ ਤੇ ਏਦਾਂ ਹੀ ਪੀ ਲੈਣਾ ਘੁੱਟ-ਘੁੱਟ ਕਰਕੇ ਉਹਨੂੰ। ਓਕੇ, ਠੀਕ ਹੈ। ਹਾਂ, ਤੇ ਇਹ ਤੁਹਾਨੂੰ ਮਾਈਗ੍ਰੇਨ ਚ ਵੀ ਕਾਫੀ ਰਾਹਤ ਦਊਗਾ, ਨੀਂਦ ਤੁਹਾਡੀ ਕਾਫੀ ਇੰਪਰੂਵ ਹੋ ਜਾਏਗੀ ਇਹਦੇ ਨਾਲ। ਹਾਂਜੀ। ਤੇ ਕਾਫੀ ਰਾਹਤ ਮਿਲੂਗੀ ਤੁਹਾਨੂੰ। ਇਹ ਨਹੀਂ, ਨੀਂਦ ਖੈਰ ਮੈਨੂੰ ਆ ਲਾਸਟ 1.5-2 ਮਹੀਨੇ ਤੋਂ ਤਾਂ ਬਹੁਤ ਫਰੈਸ਼ ਨੀਂਦ ਆਉਂਦੀ ਆ। ਤੋ ਮੈਂ ਅੱਗੇ ਨਾ 11-11 12-12 ਵਜੇ ਤੱਕ ਸੋਸ਼ਲ ਮੀਡੀਆ ਤੇ ਬੈਠੀ ਰਹਿੰਦੀ ਸੀ, ਕਿਉਂ ਨੀਂਦ ਆਉਂਦੀ ਨਹੀਂ ਸੀ। ਉਹਦੇ ਨਾਲ ਗੱਲਾਂ ਮਾਰ, ਉਹਦੇ ਨਾਲ ਉਹਦੇ ਮੈਸੇਜ ਦਾ ਜਵਾਬ ਦੇ। ਹੁਣ ਮੈਂ 9-9:30 ਵਜੇ ਨੂੰ ਮੈਨੂੰ ਨਹੀਂ ਪਤਾ ਲੱਗਦਾ ਦੁਨੀਆ ਕਿੱਥੇ ਵਸਦੀ ਹੈ ਕਿੱਥੇ ਨਹੀਂ, ਤੇ ਸਵੇਰੇ ਉਹ 3:45 ਵਾਲਾ ਅਲਾਰਮ ਹੀ ਮੈਨੂੰ ਉਠਾਉਂਦਾ ਕਿ ਬਸ ਹੁਣ ਟਾਈਮ ਹੋ ਗਿਆ। ਅਦਰਵਾਈਜ਼ 12 ਵਜੇ ਜਾਗ ਖੁੱਲ ਜਾਂਦੀ, 1 ਵਜੇ ਖੁੱਲ ਜਾਂਦੀ, 2-2 1.5 ਘੰਟਾ ਨੀਂਦ ਨਾ ਆਉਂਦੀ, ਉਹ ਫੇਰ ਚੱਕ ਲੈਣਾ ਫੋਨ। ਤਾਂ ਬੜੀ ਡਿਸਟਰਬ ਸੀਗੀ ਮੈਂ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ, ਮਾਈਗ੍ਰੇਨ ਹਟਦਾ ਕਿਉਂ ਨਹੀਂ, ਥਾਇਰਾਇਡ ਕਿਉਂ ਇੰਨਾ ਵੱਧ ਗਿਆ। ਬਟ ਹੁਣ ਰਿਲੈਕਸ ਆ, ਹੁਣ ਕੁਝ ਵੱਧਦਾ ਕੁਝ ਘਟਦਾ ਉਹਨੂੰ ਆਪ ਹੀ ਐਕਸਰਸਾਈਜ਼ ਦੇ ਨਾਲ ਹੀ ਕਲੋਜ਼ ਕਰੂੰਗੀ, ਔਰ ਮੈਡੀਸਨ ਤਾਂ ਸੱਚੀ ਦੂਰ ਹੋ ਜਾਏਗਾ ਜੀ। ਬਸ ਤੁਸੀਂ ਇਹ ਬਹੁਤ ਵੱਡਾ ਕੰਮ ਕੀਤਾ ਜੀ ਅਸਲ 'ਚ। ਮੈਂ ਫਿਰ ਇਹ ਗੱਲ ਕਹਿਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਕਿ ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ ਹੈਗੀਆਂ ਨੇ, ਜੀਵਨ ਸ਼ੈਲੀ ਨਾਲ ਸੰਬੰਧਿਤ ਜਿਹੜੇ ਰੋਗ ਨੇ, ਉਹ ਜੀਵਨ ਸ਼ੈਲੀ ਨੂੰ ਬਦਲ ਕੇ ਹੀ ਠੀਕ ਕੀਤੇ ਜਾ ਸਕਦੇ। ਜੀ ਜੀ ਜੀ। ਕੋਈ ਦਵਾਈ ਉਹਨਾਂ ਦਾ ਇਲਾਜ ਨਹੀਂ ਕਰ ਸਕਦੀ। ਇੱਕ ਵੀ ਦਵਾ ਅੱਜ ਤੱਕ ਦੁਨੀਆ 'ਚ ਇਹੋ ਜਿਹੀ ਨਹੀਂ ਹੈਗੀ ਜਿਹੜੀ ਲਾਈਫ ਸਟਾਈਲ ਬਿਮਾਰੀ ਦਾ ਇਲਾਜ ਕਰ ਸਕੇ। ਜੀ ਡਾਕਟਰ ਸਾਹਿਬ, ਮੈਂ ਤੁਹਾਨੂੰ ਰੋਕੂੰਗੀ। ਇੱਕ ਤਾਂ ਛੋਟਾ ਜਿਹਾ ਨਾ, ਪਹਿਲਾਂ ਬੜੇ, ਮੈਂ ਮਾਫ ਕਰਨਾ ਸਰੋਤਿਆਂ ਤੋਂ ਮਾਫੀ ਮੰਗਦੀ ਹਾਂ। ਮੋਹਨ ਸਿੰਘ ਜੀ, ਤੁਹਾਡਾ ਮੈਸੇਜ ਸੀ ਤਾਂ ਮੈਂ ਹੁਣ ਦੇਖਿਆ। ਇੱਕ ਆਪਣੇ ਪੇਜ ਬਾਰੇ ਜ਼ਰੂਰ ਦੱਸੋ, ਕਿਉਂਕਿ ਸਰੋਤੇ ਕਹਿੰਦੇ ਅਸੀਂ ਉਸ ਪੇਜ ਦੇ ਨਾਲ ਜੁੜਨਾ ਹੈ ਤੇ ਜੋ ਵੀ ਤੁਸੀਂ ਉੱਥੇ ਇਨਫੋਰਮੇਸ਼ਨ ਰੱਖਦੇ ਹੋ ਅਸੀਂ ਉਹ ਦੇਖਣੀ ਆ, ਅਸੀਂ ਸੁਣਨੀ ਆ। ਤਾਂ ਮੋਹਨ ਸਿੰਘ ਦਾ ਇਹ ਮੈਸੇਜ ਆਇਆ ਹੋਇਆ ਬਠਿੰਡੇ ਤੋਂ ਕਿ ਡਾਕਟਰ ਸਾਹਿਬ ਨੂੰ ਕਿਉਂ ਕਿ ਆਪਣੇ ਪੇਜ ਬਾਰੇ ਜ਼ਰੂਰ ਥੋੜਾ ਜਿਹਾ ਦੱਸਣ ਜੀ। ਦੇਖੋ, ਮੈਂ ਨਾ ਐਕਚੁਅਲੀ ਮੇਰਾ ਇੱਕ ਪੇਜ ਹੈਗਾ ਲਾਈਫ ਵਿਦਆਊਟ ਮੈਡੀਸਿਨ, ਫੇਸਬੁੱਕ ਤੇ ਪੇਜ ਹੈਗਾ ਲਾਈਫ ਵਿਦਆਊਟ ਮੈਡੀਸਿਨ ਜੀ। ਉਸ ਪੇਜ ਦੇ ਉੱਤੇ ਮੈਂ ਹਰ ਵੀਡੀਓ ਸ਼ੇਅਰ ਕਰਦਾ ਜੀ, ਹਰ ਬਹੁਤ ਸਾਰੀ ਜਾਣਕਾਰੀ ਉਹਦੇ ਤੇ ਹੁੰਦੀ ਹੈ। ਤੇ ਮੇਰੀ ਆਪਣੀ ਵਾਲ ਤੇ ਤੇਜਪਾਲ ਸਿੰਘ ਸਰਚ ਕਰੋਗੇ, ਮੇਰੀ ਆਪਣੀ ਵਾਲ ਤੇ ਵੀ ਇਹ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ। ਠੀਕ ਹੈ। ਤੇ ਤੁਸੀਂ ਜੁੜ ਸਕਦੇ ਹੋ, ਪੇਜ ਨੂੰ ਲਾਈਕ ਕਰ ਸਕਦੇ ਹੋ, ਉਹਦੇ ਨਾਲ ਲਗਾਤਾਰ ਜੁੜ ਸਕਦੇ ਹੋ। ਇਹਦੇ ਨਾਲ ਹੀ ਇੱਕ ਛੋਟੀ ਜਿਹੀ ਜਾਣਕਾਰੀ ਮੈਂ ਦੇਣਾ ਚਾਹੁੰਦਾ ਕਿ ਮੇਰਾ YouTube ਦੇ ਉੱਤੇ ਜਿਹੜਾ ਚੈਨਲ ਲਾਈਫ ਵਿਦਆਊਟ ਮੈਡੀਸਨ ਹੈ, ਇਹ ਚੈਨਲ ਅੱਜ ਕੱਲ੍ਹ ਥੋੜਾ ਖਤਰੇ 'ਚ ਹੈ, ਕਿਉਂਕਿ ਇਹਦੇ ਉੱਤੇ ਜਦੋਂ ਆਪਾਂ ਨਾ ਇਹੋ ਜਿਹੀਆਂ ਗੱਲਾਂ ਪਾਉਣੇ ਤਾਂ YouTube ਕਹਿੰਦਾ ਇਹ ਤੁਸੀਂ ਨਾ ਕਮਿਊਨਿਟੀ ਗਾਈਡਲਾਈਨ ਦੇ ਖਿਲਾਫ ਗੱਲਾਂ ਕਰਦੇ ਹੋ। ਬਿਲਕੁਲ, ਸਾਡੇ ਨਾਲ ਆਮ ਹੀ ਹੁੰਦਾ ਜੀ। ਅਸੀਂ ਜਦੋਂ ਕੋਈ YouTube ਦੇ ਖਿਲਾਫ ਕੰਮ ਕਰਦੇ ਹਾਂ ਤਾਂ ਸਾਡੀਆਂ ਆਈਡੀਆਂ ਬਲੌਕ ਹੋਈਆਂ ਪਈਆਂ। ਮੇਰੀ ਤਾਂ ਸੁੱਖ ਨਾਲ ਫੇਸਬੁੱਕ ਲਾਈਵ ਬਲੌਕ ਹੀ ਕੀਤੀ ਪਈ ਹੈ। ਮੈਂ ਇੱਕ ਦਿਨ ਲਾਈਵ ਕੁਝ ਪ੍ਰੋਗਰਾਮ Song ਦਾ ਕਰ ਲਿਆ ਸੀ, Song ਹੀ ਚਲਾਏ ਸੀ ਸਾਰੇ, ਤਾਂ ਮੇਰੀ ਆਈਡੀ ਬਲੌਕ ਕੀਤੀ ਉਹਨਾਂ ਨੇ। ਇਹ ਹੈ ਸਿਸਟਮ ਜੀ। ਤੇ ਇਹਦੇ ਲਈ ਫਿਰ ਇੱਕ ਨਵਾਂ ਚੈਨਲ ਮੈਂ ਬਣਾਇਆ ਜੀ, ਉਹ ਨਾ ਜੀ ਐਜੂਕੇਟਰ ਦੇ ਨਾਮ ਤੇ ਉਹਦੇ ਉੱਤੇ ਹੁਣ ਮੈਂ ਉਹਦੇ ਤੇ ਲਗਾਤਾਰ ਵੀਡੀਓ ਵਗੈਰਾ ਸ਼ੇਅਰ ਕਰੂੰਗਾ। ਲਗਭਗ ਹਰ ਰੋਜ਼ ਨਹੀਂ ਤਾਂ ਇੱਕ ਦਿਨ ਛੱਡ ਕੇ ਇੱਕ ਨਵਾਂ ਕਿਸੇ ਨਾ ਕਿਸੇ ਟੌਪਿਕ ਤੇ ਵੀਡੀਓ ਤੁਹਾਨੂੰ ਚੈਨਲ ਤੇ ਮਿਲ ਜਾਏਗਾ। ਤਾਂ ਫੇਸਬੁੱਕ ਤੇ ਵੀ ਮੇਰਾ ਨਾਮ ਤੁਸੀਂ ਲਿਖੋਗੇ ਤਾਂ ਸਰਚ ਕਰੋਗੇ, ਮੇਰਾ ਨਾਮ ਤੁਹਾਨੂੰ ਲੱਭ ਜਾਏਗਾ ਜੀ। ਤੇ ਉਸ ਤੇ ਫੇਸਬੁੱਕ ਵਾਲ ਤੇ ਵੀ ਤੁਸੀਂ ਦੇਖ ਸਕਦੇ ਹੋ। ਬਾਕੀ ਮੋਬਾਈਲ ਨੰਬਰ ਮੈਂ ਸ਼ੇਅਰ ਕਰਨਾ ਆਪਣਾ 92-562-13157 ਜੀ। ਤੁਸੀਂ ਮੋਬਾਈਲ ਨੰਬਰ ਤੇ ਵੀ ਸਰਚ ਕਰੋਗੇ, ਫੇਸਬੁੱਕ ਤੇ ਮੋਬਾਈਲ ਨੰਬਰ ਤੋਂ ਵੀ ਸਰਚ ਹੋ ਜਾਂਦਾ ਜੀ। ਤੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ WhatsApp ਮੈਸੇਜ ਤੇ ਗੱਲ ਕਰ ਸਕਦੇ ਹੋ। ਮੈਸੇਜ ਕਈ ਵਾਰ ਹੁੰਦਾ ਕਿ WhatsApp ਮੈਸੇਜ ਆਇਆ 2-4 ਘੰਟੇ ਦੇਖਣ ਦਾ ਟਾਈਮ ਨਹੀਂ ਮਿਲਦਾ, ਤਾਂ ਤੁਸੀਂ ਸਿੱਧੀ ਕਾਲ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਅਗਰ ਮੈਂ ਕਾਲ ਨਹੀਂ ਪਿਕ ਕਰਦਾ ਤਾਂ ਮੈਂ ਹਰ ਕਾਲ ਦਾ ਕਾਲ ਬੈਕ ਕਰਦਾ ਜੀ। ਜਿਹੜੀ ਕਾਲ ਮੇਰੇ ਤੋਂ ਮਿਸ ਹੁੰਦੀ ਹੈ ਹਰ ਕਾਲ ਨੂੰ ਮੈਂ ਕਾਲ ਬੈਕ ਕਰਦਾ ਜੀ। ਤਾਂ ਇਸ ਕਰਕੇ ਤੁਸੀਂ ਸੰਪਰਕ 'ਚ ਰਹਿ ਸਕਦੇ ਹੋ। ਜਿੰਨੀਆਂ ਕੁ ਜਾਣਕਾਰੀਆਂ ਬਿਨਾਂ ਮਤਲਬ ਫੀਸ ਤੋਂ ਦਿੱਤੀਆਂ ਜਾ ਸਕਦੀਆਂ ਨੇ, ਉਹ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ। ਤੇ ਜੇ ਤੁਸੀਂ ਪੇਡ ਟ੍ਰੇਨਿੰਗ ਜਿਹੜੀ ਹੈ ਉਹਨੂੰ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ WhatsApp ਮੈਸੇਜ ਕਰੋ। ਮੈਂ ਤੁਹਾਨੂੰ ਉਹਦਾ ਇੱਕ ਫਾਰਮ ਹੈ, ਇੱਕ ਜਾਣਕਾਰੀ ਹੈ, ਇੱਕ ਸਿਲੇਬਸ ਬਣਾਇਆ ਹੋਇਆ ਜਿਹੜਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਟ੍ਰੇਨਿੰਗ ਵਿੱਚ ਕੀ ਕੀ ਸਿਖਾਇਆ ਜਾਂਦਾ ਹੈ। ਤਾਂ 5000 ਰੁਪਏ ਉਸ ਟ੍ਰੇਨਿੰਗ ਦੀ ਫੀਸ ਹੈ। ਪੂਰਾ ਦਾ ਪੂਰਾ ਜਿੰਨੀ ਨੌਲੇਜ ਮੇਰੇ ਕੋਲ ਹੈ ਉਹ ਸਾਰੀ ਦੀ ਸਾਰੀ ਮੈਂ ਤੁਹਾਨੂੰ ਟ੍ਰਾਂਸਫਰ ਕਰਾਂਗਾ ਉਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ। ਹਰ ਬਿਮਾਰੀ ਨੂੰ ਘਰ ਦੇ ਵਿੱਚ ਕਿਵੇਂ ਠੀਕ ਕੀਤਾ, ਜਿਵੇਂ ਤੁਹਾਨੂੰ ਮੈਂ ਹਸਪੀਟਲ ਦੀ ਗੱਲ ਦੱਸੀ ਹੈ, ਇੱਕ ਹਸਪੀਟਲ ਹੋਏਗਾ ਜਿੱਥੇ ਇੱਕ ਵੀ ਦਵਾ ਤੋਂ ਬਿਨਾਂ ਕੈਂਸਰ, ਕੋਵਿਡ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਹੋਏਗਾ। ਠੀਕ ਹੈ। ਉਹੀ ਇਲਾਜ
ਤੁਸੀਂ ਆਪਣੇ ਘਰ 'ਚ ਉਸ ਹਸਪਤਾਲ 'ਚ ਦਾਖਲ ਹੋਏ ਬਿਨਾਂ ਕਰ ਸਕਦੇ ਹੋ, ਸਿਰਫ ਇਸ ਟ੍ਰੇਨਿੰਗ ਨੂੰ ਅਟੈਂਡ ਕਰਕੇ। ਸੋ ਰਮਨ ਅਗਰ ਪ੍ਰੋਗਰਾਮ ਸੁਣਦੇ ਆ ਤਾਂ ਮੈਂ ਰਮਨ ਹੋਰਾਂ ਨੂੰ ਇਹ ਨੰਬਰ ਵੀ ਸੈਂਡ ਕਰ ਦਿੱਤਾ। ਉਹਨਾਂ ਦੇ ਫਾਦਰ ਦੀ ਪ੍ਰੋਬਲਮ ਹੈ, ਖੈਰ ਮੇਰੇ ਫਾਦਰ ਦੀ ਵੀ ਸੇਮ ਪ੍ਰੋਬਲਮ ਹੈ, ਪਰ ਕਹਿੰਦੇ ਹੁੰਦੇ ਨਾ ਵੀ ਸਾਡੇ ਘਰ ਦੇ ਥੋੜਾ ਜਿਹਾ ਦਵਾਈਆਂ ਵੱਲ ਬਾਹਲਾ ਉਹਨਾਂ ਦਾ ਰੁਝਾਨ ਹੈ। ਉਹਨਾਂ ਨੇ ਹੱਥ ਜੋੜਤੇ ਮੈਨੂੰ ਕਿ ਦੇਵੀ ਮਾਤਾ ਤੁਸੀਂ ਆਪਣੇ ਥੋੜਾ ਜਿਹਾ ਉਪਕਾਰਾਂ ਨੂੰ ਸਾਈਡ ਤੇ ਰੱਖੋ। ਤੋ ਆਪਾਂ ਵੀ ਚੁੱਪ ਹੈ ਜੀ, ਆਪਾਂ ਕਹਿੰਦੇ ਵੀ ਤੁਹਾਡੇ ਕੋਲ ਭਾਈ ਵਾਧੂ ਪੈਸੇ ਆ ਲੁਟਾਓ। ਹੁਣ ਮੇਰੇ ਕੋਲ ਤਾਂ ਹੈ ਨਹੀਂ ਪੈਸੇ, ਇਸ ਲਈ ਮੈਂ ਤਾਂ ਇੱਧਰਲੀਆਂ ਗੱਲਾਂ ਵੱਲ ਧਿਆਨ ਦਊਂਗੀ ਤੇ ਤੁਹਾਡੇ ਕੋਲ ਹੈਗੀ ਮਾਇਆ ਤਾਂ ਤੁਸੀਂ ਨਿਬੇੜੋ। ਮੈਂ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਸੀ, ਮੈਂ ਕਿਹਾ ਇੱਕ ਵਾਰ ਤੁਸੀਂ ਜਾ ਆਓ, ਇੱਕ ਵਾਰੀ ਵੈਸੇ ਵੀ ਤਾਂ ਤੁਸੀਂ ਪਾਪਾ ਨੂੰ ਚੱਕੀ ਫਿਰਦੇ ਹੋ ਕਦੇ ਇੱਧਰ ਕਦੇ ਉੱਧਰ ਡਾਇਲਿਸਿਸ ਕਰਾ। ਹੁਣ ਪਹਿਲਾਂ 30 ਦਿਨਾਂ ਤੋਂ ਹੁੰਦੇ ਸੀ ਜੀ, 25 ਤੋਂ 22 ਤੋਂ ਹੁਣ ਕੱਲ ਕਰਵਾ ਕੇ ਲਿਆਏ ਆ ਹਫਤੇ ਤੋਂ, ਕਿਉਂਕਿ ਉਹ ਕੁਝ ਲਿਕੁਇਡ ਛੱਡਦੇ ਨਹੀਂ। ਡਾਕਟਰ ਕਹਿੰਦਾ ਕੋਈ ਪੀਣਾ ਹੀ ਕੱਖ ਨਹੀਂ ਹੈਗਾ, ਥੋੜਾ ਥੋੜਾ ਡ੍ਰੌਪ ਪੀਣਾ ਹੈਗਾ। ਤੇ ਉਹ ਫਾਦਰ ਸਾਹਿਬ ਇਕੱਠਾ ਪੀ ਜਾਂਦੇ ਆ। ਉਹ ਕਹਿੰਦੇ ਮੇਰੀ ਪਿਆਸ ਨਹੀਂ ਬੁਝਦੀ, ਮੈਂ ਪਾਣੀ ਤੋਂ ਬਿਨਾਂ ਤਾਂ ਮੈਂ ਮਰ ਜਾਊਂਗਾ, ਮੈਨੂੰ ਆਏ ਮਾਰਨ ਨਾਲੋਂ ਚੰਗਾ ਕਹਿੰਦੇ ਮੈਂ ਖਾਂਦਾ ਪੀਂਦਾ ਜਾਊਂਗਾ। ਤੋ ਜੀ ਉਹ ਆਪਦੇ ਹਿਸਾਬ ਨਾਲ ਆਪਦੀ ਬਿਮਾਰੀ ਨੂੰ ਅਟੈਂਡ ਕਰਦੇ ਆ। ਤਾਂ ਅਸੀਂ ਬੜਾ ਹੱਸਦੇ ਹੁੰਦੇ ਆ। ਮੈਂ ਕਿਹਾ ਵੀ ਚਲੋ ਠੀਕ ਹੈ ਭਾਈ, ਜੇ ਤੁਹਾਨੂੰ ਹੁਣ ਲੱਗਦਾ ਹੀ ਹੈ ਵੀ ਤੁਸੀਂ ਮਰਨਾ ਹੈ ਤਾਂ ਫਿਰ ਏਦਾਂ ਹੱਸਦੇ ਖੇਡਦੇ ਜਾਂ ਖਾਂਦੇ ਪੀਂਦੇ ਹੋ, ਤੁਹਾਡੀ ਮਰਜ਼ੀ ਹੈ, ਪਰ ਮੇਰਾ ਫਰਜ਼ ਸੀ ਇੱਕ ਧੀ ਕਰਕੇ ਵੀ ਮੈਂ ਤੁਹਾਨੂੰ ਕੁਝ ਦੱਸਣਾ ਸੀਗਾ। ਉਹ ਕਹਿੰਦੇ ਨਹੀਂ ਮੇਰੀ ਮੈਡੀਸਨ ਚੱਲਦੀ ਹੈ, ਹੁਣ ਮੇਰੀ ਮੈਡੀਸਨ ਨਾ ਰੋਕਦੀ, ਜੇ ਮੇਰੀ ਮੈਡੀਸਨ ਰੁਕ ਗਈ ਤਾਂ ਮੈਂ ਪਹਿਲਾਂ ਹੀ ਮਰ ਜਾਊਂਗਾ। ਮਤਲਬ ਡਰ, ਉਹੀ ਜਿਹੜੀ ਅਸੀਂ ਗੱਲ ਕਰਦੇ ਆ ਨਾ ਕਿ ਸਾਡੇ ਮਰੀਜ਼ਾਂ ਦੇ ਵਿੱਚ ਡਰ। ਔਰ ਮੇਰੇ ਲਾਸਟ ਜਿਹੜਾ ਮੰਥ ਹੈ, ਮੇਰੇ ਜਿਹੜੀ ਆਪਾਂ ਪਿਛਲੀ ਵਾਰ ਗੱਲ ਕੀਤੀ ਸੀਗੀ, ਇੱਕ ਭੂਆ ਜੀ ਸਾਡੇ, ਉਹਨਾਂ ਦਾ ਪੈਰ ਕੱਟਣਾ ਪੈ ਗਿਆ, ਤਾਂ ਹੁਣ ਉਹਨਾਂ ਦੀ ਲੱਤ ਕੱਟਣਗੇ ਜੀ, ਗੋਡੇ ਤੋਂ ਥੱਲੇ। ਪਹਿਲਾਂ ਪੈਰ ਕੱਟਿਆ ਸੀ, ਹੁਣ ਲੱਤ ਕੱਟਣਗੇ। ਤੇ ਫੁੱਫੜ ਜੀ ਸਾਡੇ ਐਕਸਪਾਇਰ ਹੋ ਗਏ ਨੇ, ਉਹਨਾਂ ਨੂੰ ਕੋਵਿਡ ਸੀਗਾ। ਔਰ ਮਤਲਬ ਉਹਨਾਂ ਦਾ ਬੇਟਾ ਜਿਹੜਾ ਫੌਜ ਦੇ ਵਿੱਚ ਸੀ, ਤਾਂ ਫੌਜ ਜਿਹੜਾ ਹਸਪੀਟਲ ਸੀ ਉੱਥੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਸੀਗਾ, ਬਟ ਉਹ ਨਹੀਂ ਸਹਾਰ ਸਕੇ ਉਸ ਟ੍ਰੀਟਮੈਂਟ ਨੂੰ, ਤੇ ਉਹ ਤਾਂ ਚੱਲ ਬਸੇ ਇਸ ਦੁਨੀਆ ਤੋਂ। ਤੇ ਸਾਡੇ ਭੂਆ ਜੀ ਜਿਹੜੇ ਆ ਉਹ ਇਸ ਕ੍ਰਿਟੀਕਲ ਹਾਲਤ ਦੇ ਵਿੱਚ ਨੇ ਕਿ ਹੁਣ ਕੱਲ ਜਿਹੜੀ ਨਿਊਜ਼ ਮਿਲੀ ਹੈ ਕਿ ਕੱਲ ਉਹਨਾਂ ਦਾ ਜਿਹੜਾ ਫਿਰ ਆਪਰੇਟ ਹੋ ਰਿਹਾ ਹੈਗਾ, ਗੋਡੇ ਤੋਂ ਥੱਲੇ ਲੱਤ ਜਿਹੜੀ ਸਾਰੀ ਕੱਟਣਗੇ। ਸੋ ਬਹੁਤ ਕਹਿੰਦੇ ਆ ਨਾ, ਉਹੀ ਕਹਿੰਦੇ ਅਸੀਂ ਕਿ ਅਸੀਂ ਯਕੀਨ ਹੁਣ ਨਹੀਂ ਕਰ ਪਾਉਂਦੇ। ਅਸੀਂ ਤੁਹਾਡੀਆਂ ਗੱਲਾਂ ਸੱਚੀਆਂ ਨੇ, ਅਸੀਂ ਬਹੁਤ ਜਕੜ ਚੁੱਕੇ ਹਾਂ ਇਸ ਮਸਲੇ ਦੇ ਵਿੱਚ। ਔਰ ਇਹਨਾਂ ਜੰਜੀਰਾਂ ਤੋਂ, ਇਹਨਾਂ ਜਾਲ ਚੋਂ ਹੌਲੀ ਹੌਲੀ ਨਿਕਲਿਆ ਜਾਊਗਾ। ਜੇ ਅਸੀਂ ਕਹੀਏ ਕਿ ਇੱਕਦਮ ਕਿਸੇ ਨੂੰ ਕਹਿ ਦਈਏ ਕਿ ਛੱਡ ਯਾਰ ਸਭ ਕੁਝ ਤੇ ਇੱਧਰ ਆ ਜਾ, ਨਹੀਂ, ਏਦਾਂ ਨਹੀਂ ਹੁੰਦਾ। ਲੋਕ ਡਰ ਦੇ ਮਾਰੇ ਹੀ ਪਹਿਲਾਂ ਹੀ ਆਪਣੇ ਸਵਾਸ ਛੱਡ ਜਾਣਗੇ। ਤਾਂ ਪਰ ਬੜੀਆਂ ਬੈਡ ਨਿਊਜ਼ ਨੇ ਜੋ ਆਲੇ ਦੁਆਲੇ ਚੱਲ ਰਹੀਆਂ ਨੇ, ਪਰ ਹੁਣ ਕਰੀਏ ਕਿ ਲੋਕ ਜਿਹੜੀਆਂ ਮੈਡੀਸਨ ਦੇ ਜਾਲ ਦੇ ਵਿੱਚ ਨੇ। ਹਾਂਜੀ ਡਾਕਟਰ ਸਾਹਿਬ। ਚਲੋ ਜੀ, ਸਾਡਾ ਕੰਮ ਹੈ ਹੋਕਾ ਦੇਣਾ। ਜੀ ਬਿਲਕੁਲ ਜੀ, ਹੈ ਨਾ, ਬਿਲਕੁਲ। ਅਸੀਂ ਤਾਂ ਹੋਕਾ ਦਿੰਦੇ ਰਹਿਣਾ, ਤੇ ਜਾਗਣਾ ਨਹੀਂ ਜਾਗਣਾ ਉਹ ਲੋਕਾਂ ਦਾ ਕੰਮ ਹੈ। ਜੀ। ਤੇ ਇੱਕ ਗੱਲ ਮੈਂ ਜ਼ਰੂਰ ਸਰੋਤਿਆਂ ਦਾ ਹੌਸਲਾ ਵਧਾਉਣ ਲਈ ਇੱਕ ਗੱਲ ਮੈਂ ਦੱਸਣੀ ਚਾਹੁੰਦਾ, ਉਹ ਇਹ ਆ ਕਿ ਤੁਸੀਂ ਵੀ ਆਪਣੇ ਆਲੇ ਦੁਆਲੇ ਤੇ ਸਰਚ ਕਰ ਸਕਦੇ ਹੋ। ਕੋਈ ਇਹੋ ਜਿਹਾ ਬੰਦਾ ਲੱਭ ਕੇ ਦਿਖਾਇਓ ਮੈਨੂੰ ਜਿਹੜਾ ਦਵਾ ਛੱਡਣ ਕਰਕੇ ਮਰਿਆ ਹੋਵੇ। ਕੋਈ ਇੱਕ ਵੀ ਕੇਸ, ਕੋਈ ਇੱਕ ਵਿਅਕਤੀ ਜਿਹੜਾ ਤੁਹਾਨੂੰ ਇਹ ਲੱਗੇ ਵੀ ਕਿਉਂਕਿ ਇਹਨੇ ਆਹ ਦਵਾਈ ਬੰਦ ਕਰਤੀ ਇਸ ਕਰਕੇ ਇਹਦੀ ਮੌਤ ਹੋ ਗਈ। ਦਵਾਈ ਬੰਦ ਕਰਨ ਨਾਲ ਕਦੀ ਕਿਸੇ ਦੀ ਮੌਤ ਨਹੀਂ ਹੁੰਦੀ, ਦਵਾਈਆਂ ਖਾਂਦੇ ਖਾਂਦੇ ਹੀ ਮੌਤ ਹੁੰਦੀ ਹੈ। ਇਸ ਕਰਕੇ ਦਵਾਈਆਂ ਛੱਡਣ ਤੋਂ ਡਰੋ ਨਾ, ਬਿਲਕੁਲ ਨਾ ਡਰੋ। ਕਦੀ ਵੀ ਦਵਾਈ ਛੱਡਣ ਨਾਲ ਕਿਸੇ ਦੀ ਮੌਤ। ਇਸ ਕਰਕੇ ਅਸੀਂ ਦਵਾਈਆਂ ਕਰਕੇ ਨਹੀਂ ਜੀ ਰਹੇ। ਅਸੀਂ ਕਈ ਵਾਰ ਲੋਕ ਕਹਿੰਦੇ ਨੇ ਨਾ ਕਿ ਮੈਂ ਦਵਾਈਆਂ ਖਾ ਰਿਹਾ ਇਸ ਕਰਕੇ ਜੀ ਰਿਹਾ, ਇਹਦੇ ਉਲਟ ਹੈ। ਇੰਨੀਆਂ ਸਾਰੀਆਂ ਦਵਾਈਆਂ ਖਾਣ ਦੇ ਬਾਵਜੂਦ ਵੀ ਜੀ ਰਿਹਾ ਤਾਂ ਤੈਨੂੰ ਧੰਨਵਾਦ ਕਰਨਾ ਚਾਹੀਦਾ ਕਿ ਨੇਚਰ ਨੇ ਇੰਨਾ ਵਧੀਆ ਤੈਨੂੰ ਸਰੀਰ ਦਿੱਤਾ ਜਿਹੜਾ ਇੰਨੇ ਕੈਮੀਕਲ ਲੈਣ ਦੇ ਬਾਵਜੂਦ ਵੀ ਜਿੰਦਾ। ਤਾਂ ਬਹੁਤ ਮੈਨੂੰ ਲੱਗਦਾ ਮਨਜੀਤ ਜੀ ਅੱਜ ਦਾ ਪ੍ਰੋਗਰਾਮ ਆਪਾਂ ਸਮਾਪਤ ਕਰਦੇ ਆ, ਤੇ ਅਗਲੇ ਪ੍ਰੋਗਰਾਮ ਤੇ ਕੁਝ ਹੋਰ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਤਾਂ ਅੱਜ ਦਾ ਤਾਂ ਮੈਨੂੰ ਲੱਗਦਾ ਸਰੋਤਿਆਂ ਨੂੰ ਬੇਨਤੀ ਹੈ ਕਿ ਆਪਣੇ ਕਮੈਂਟਸ ਜ਼ਰੂਰ ਦਿਆ ਕਰੋ। ਤੁਹਾਨੂੰ ਚੰਗਾ ਲੱਗਦਾ, ਕਿੰਨਾ ਕੁ ਚੰਗਾ ਲੱਗਦਾ, ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਉਹ ਵੀ ਦੱਸਿਆ ਕਰੋ। ਸੋ ਇਕਬਾਲ ਜੀ ਦਾ ਹੁਣੀ ਮੈਸੇਜ ਆਇਆ, ਇਹਨਾਂ ਨੇ ਵੈਕਸੀਨ ਜਿਹੜੀ ਉਹ ਲਗਵਾਈ ਸੀ ਜੀ ਕੋਵਿਡ ਦੀ। ਤਾਂ ਇਹ ਕਹਿੰਦੇ ਮੈਨੂੰ ਬੁਖਾਰ ਬਹੁਤ ਜ਼ਿਆਦਾ ਸੀਗਾ, ਬਟ ਕੋਸ਼ਿਸ਼ ਇਹ ਸੀ ਕਿ ਬੁਖਾਰ ਦੇ ਵਿੱਚ ਕੋਈ ਮੈਡੀਸਨ ਨਾ ਲਈ ਜਾਵੇ, ਤੇ ਮੈਡੀਸਨ ਲਈ ਵੀ ਨਹੀਂ, ਈਵਨ ਕਿ ਵਿਦਾਊਟ ਮੈਡੀਸਨ ਇਹ ਠੀਕ ਹੋ ਗਿਆ। ਤਾਂ ਇਹ ਤਾਂ ਇਹਨਾਂ ਦਾ ਹਾਲਾਤ ਸੀ ਜੀ ਕਿ ਇਹਨਾਂ ਨੇ ਆਪਣੇ ਆਪ ਦੇ ਕਵਰ ਕਰ ਲਿਆ। ਪਰ ਬਹੁਤ ਇਹੋ ਜਿਹੇ ਸਾਡੇ ਮੇਰੇ ਨੋਨ ਨੇ ਜਿਨ੍ਹਾਂ ਨੇ ਵੈਕਸੀਨ ਲਗਾਈ ਹੈ ਔਰ ਜਿਨ੍ਹਾਂ ਦੀ ਕੁਝ ਨਾ ਕੁਝ ਪ੍ਰੋਬਲਮ ਆਈ ਹੈ, ਯਾਨੀ ਬੁਖਾਰ ਚੜਿਆ ਜਾਂ ਕੁਝ ਪ੍ਰੋਬਲਮ ਹੋਈ ਹੈ, ਤਾਂ ਉਹਨਾਂ ਨੇ ਕੰਟੀਨਿਊ ਦੀ ਮੈਡੀਸਨ ਵੀ ਲਈ ਹੈ ਜੀ। ਤਾਂ ਉਹੀ ਗੱਲ ਹੈ ਡਾਕਟਰ ਸਾਹਿਬ, ਆਪਣਾ ਕੰਮ ਹੈ ਹੋਕਾ ਦੇਣਾ, ਔਰ ਇਸ ਹੋਕੇ ਦੇ ਮਗਰ
ਕੋਈ ਬਲੀਵ ਕਰਦਾ ਹੈ ਤਾਂ ਆਪਾਂ ਬੜੇ ਸਾਰੇ ਉਹਨਾਂ ਨੂੰ ਚੈਨਲ ਦਿੱਤੇ ਹੋਏ ਆ। ਔਰ ਖਾਸ ਕਰਕੇ ਮੈਂ ਆਪਣੇ ਸਰੋਤਿਆਂ ਨੂੰ ਇਹ ਵੀ ਗੁਜ਼ਾਰਿਸ਼ ਕਰਦੀ ਹਾਂ ਕਿ ਪ੍ਰਵਾਸ ਦਾ ਇਹਨਾਂ ਪੇਜਾਂ ਦੇ ਨਾਲ ਜਾਂ ਡਾਕਟਰ ਸਾਹਿਬ ਤੋਂ ਕੋਈ ਦੇਣ ਲੈਣ ਦਾ ਮਸਲਾ ਨਹੀਂ ਹੈ, ਸਾਡਾ ਕੋਈ ਪੈਸੇ ਦੀ ਸਾਂਝ ਨਹੀਂ ਹੈ। ਸਿਰਫ ਔਰ ਸਿਰਫ ਮੈਂ ਡਾਕਟਰ ਸਾਹਿਬ ਦੀਆਂ ਸਪੀਚ ਸੁਣੀਆਂ ਸੀ ਫੇਸਬੁੱਕ ਤੇ, ਮੈਨੂੰ ਆਦਤ ਹੈ ਮੈਂ ਸਰਚ ਕਰਦੀ ਰਹਿੰਦੀ ਹਾਂ ਬਹੁਤ ਅੱਛੀਆਂ ਜਾਣਕਾਰੀਜ਼ ਨੂੰ, ਔਰ ਫਿਰ ਉਹ ਜਾਣਕਾਰੀ ਮੈਂ ਸਰ ਤੋਂ ਅਪਰੂਵਲ ਲੈਣੀ ਹੁੰਦੀ ਹੈ, ਸਰ ਦੇ ਨਾਲ ਸ਼ੇਅਰ ਕਰਦੀ ਹੁੰਦੀ ਹਾਂ ਕਿ ਸਰ ਆਹ ਚੀਜ਼ ਮੈਂ ਸੁਣੀ ਆ, ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਲਈ ਪੜਤਾਲ ਕਰ ਲਓ ਤੇ ਮੈਂ ਉਸ ਨੂੰ ਮੰਚ ਦੇ ਨਾਲ ਜੋੜਨਾ ਚਾਹੁੰਦੀ ਹਾਂ। ਤਾਂ ਡਾਕਟਰ ਸਾਹਿਬ ਮੈਨੂੰ ਸੋਸ਼ਲ ਮੀਡੀਆ ਦੇ ਥਰੂ ਮਿਲੇ ਹੈ, ਮੈਂ ਸਿਰਫ ਔਰ ਸਿਰਫ ਆਪਣੇ ਸਰੋਤਿਆਂ ਦੀ ਸਿਹਤ ਪ੍ਰਤੀ ਜਿਹੜਾ ਇੱਕ ਹੋਕਾ ਲੈ ਕੇ ਆਈ ਹਾਂ। ਇਹਦੇ 'ਚ ਕੋਈ ਇਹ ਨਹੀਂ ਡਾਕਟਰ ਸਾਹਿਬ ਸਾਹਮਣੇ ਹੈ, ਨਾ ਅਸੀਂ ਡਾਕਟਰ ਸਾਹਿਬ ਤੋਂ ਪੈਸੇ ਲੈਣੇ, ਨਾ ਡਾਕਟਰ ਸਾਹਿਬ ਨੇ ਸਾਡੇ ਤੋਂ ਪੈਸੇ ਲੈਣੇ ਆ। ਅਸੀਂ ਇੱਕ ਸਮਾਜ ਸੇਵੀ ਕੰਮ ਦੇ ਵਿੱਚ ਹੈ ਜੀ, ਸਮਾਜ ਦੀ ਸੇਵਾ ਦੇ ਵਿੱਚ ਹੈ। ਔਰ ਅਕਸਰ ਹੀ ਪ੍ਰਵਾਸ ਕਹਿੰਦਾ ਹੈਗਾ ਕਿ ਜੇਕਰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਕਿਸੇ ਦੀ ਸੇਵਾ ਕਰ ਸਕਦੇ ਹੋ, ਮੋਹ ਮੁਹੱਬਤ ਪਿਆਰ, ਕਿਸੇ ਨੂੰ ਚੀਜ਼ ਦਾ ਦੇਣ ਲੈਣ, ਕਿਸੇ ਨੂੰ ਥੋੜੀ ਜਿਹੀ ਖੁਸ਼ੀ ਦਾ ਦੇਣ ਲੈਣ, ਤੇ ਜੇ ਸਿਹਤ ਸੰਬੰਧੀ ਕੋਈ ਜਾਣਕਾਰੀ ਦੇ ਕੇ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਤਾਂ ਜ਼ਰੂਰ ਜੁੜੋ। ਸੋ ਜਾਂਦੇ ਜਾਂਦੇ ਡਾਕਟਰ ਸਾਹਿਬ ਇੱਕ ਤਾਂ ਆਪਣਾ ਨੰਬਰ, ਆਪਣਾ ਫਿਰ ਤੋਂ ਨਿਊ ਬਣਿਆ ਪੇਜ, ਆਪਣਾ YouTube ਚੈਨਲ, ਆਪਣੀਆਂ ਕਲਾਸਿਸ ਬਾਰੇ ਤੁਸੀਂ ਆਪਣੀ ਅਨਾਉਂਸਮੈਂਟ ਹੈ ਜਿਹੜੀ ਉਹ ਕਰ ਸਕਦੇ ਹੋ। ਜੀ मैं नंबर फिर तो रिपीट करना चाहता जी। मेरा मोबाइल नंबर है 9256131757 9256213157। मेरा फेसबुक पेज है लाइफ विदाउट मेडिसिन, तुसीं उस पेज नाल जुड़ सकते हो। ते मेरा यूट्यूब चैनल है, ਉਹਦਾ नाम भी है लाइफ विदाउट मेडिसिन, एंड नवा जिहड़ा यूट्यूब चैनल बनाया ਉਹਦਾ नाम है लाइफ लाइफस्टाइल एजुकेशन। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਹਰ ਵੀਡੀਓ ਦੀ। ਤੇ ਉਸ ਤੋਂ ਬਾਅਦ ਮੇਰਾ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਹੈ, ਪੇਡ ਟ੍ਰੇਨਿੰਗ ਪ੍ਰੋਗਰਾਮ ਹੈ, ਉਹ ਹਰ ਰੋਜ਼ ਰਾਤ ਨੂੰ 8:30 ਵਜੇ ਤੋਂ 9:30 ਵਜੇ ਤੱਕ ਕਲਾਸ ਹੁੰਦੀ ਹੈ ਉਹਦੀ। ਤੇ ਜ਼ੂਮ ਐਪ ਦੇ ਉੱਤੇ ਆਨਲਾਈਨ ਕਲਾਸ ਹੁੰਦੀ। ਤੁਸੀਂ ਘਰ ਬੈਠ ਕੇ 1 ਮਹੀਨੇ ਦੇ ਵਿੱਚ ਸਾਰੀਆਂ ਬਿਮਾਰੀਆਂ ਦਾ ਇਲਾਜ ਬਿਨਾਂ ਦਵਾਈਆਂ ਤੋਂ ਆਪਣੇ ਆਪ ਕਰਨਾ ਸਿੱਖ ਸਕਦੇ ਹੋ। ਪੂਰੇ ਡਾਕਟਰ ਤੁਸੀਂ ਆਪਣੇ ਡਾਕਟਰ ਆਪ ਬਣ ਸਕਦੇ ਹੋ। ਆਪਣੀ ਪੂਰੀ ਫੈਮਿਲੀ ਦਾ ਇਲਾਜ ਘਰ ਦੇ ਵਿੱਚ ਬਿਨਾਂ ਦਵਾਈਆਂ ਤੋਂ ਕਰ ਸਕਦੇ ਹੋ। ਤੇ ਹੁਣ ਤੱਕ 140 ਦੇ ਕਰੀਬ ਲੋਕ ਨੇ ਪੂਰੇ ਦੇਸ਼ ਤੋਂ, ਭਾਰਤ ਤੋਂ ਵੀ ਹੈ, ਆਬੂ ਧਾਬੀ ਤੋਂ, ਆਸਟ੍ਰੇਲੀਆ ਤੋਂ, ਬਹੁਤ ਸਾਰੇ ਦੇਸ਼ਾਂ ਤੋਂ ਲੋਕ ਜਿਹੜੇ ਇਹ ਕੋਰਸ ਕਰ ਚੁੱਕੇ ਨੇ। ਤੇ ਤੁਸੀਂ ਵੀ ਆਪਣਾ ਇੱਕ ਛੋਟਾ ਜਿਹਾ ਕੰਟਰੀਬਿਊਸ਼ਨ ਕਰਕੇ 5000 ਰੁਪਇਆ ਦੀ ਫੀਸ ਹੈ। ਇਹ ਕੰਟਰੀਬਿਊਸ਼ਨ ਜਿਹੜੀ ਹੈ ਤੇ 5000 ਰੁਪਇਆ ਵੀ ਮੈਂ ਆਪਣੀ ਜੇਬ 'ਚ ਨਹੀਂ ਰੱਖਦਾ। ਇਹਦੇ ਵਿੱਚੋਂ 70% ਜਿਵੇਂ ਆਪਣੇ ਦਸਵੰਧ ਦਾ ਕਨਸੈਪਟ ਹੁੰਦਾ ਸਿੱਖ ਧਰਮ ਦੇ ਵਿੱਚ, ਅਸੀਂ ਆਪਣੀ ਆਮਦਨ ਦਾ 10ਵਾਂ ਹਿੱਸਾ ਚੰਗੇ ਕੰਮ ਲਈ ਲਾਉਂਦੇ ਆ। ਤਾਂ ਮੈਂ ਇਹ ਜਿਹੜੀ ਫੀਸ ਹੈ 5000 ਰੁਪਇਆ, ਇਹਦਾ 70% 75% ਜਿਹੜਾ ਉਹ ਰੀਡਿਸਟ੍ਰੀਬਿਊਟ ਕਰ ਦਿੰਦਾ ਹੈ। ਜਿਹੜੇ ਲੋਕ ਅੱਗੇ ਇਸ ਮਿਸ਼ਨ ਨੂੰ ਵਧਾਉਣ 'ਚ ਕੰਮ ਕਰਦੇ ਨੇ, ਮਿਹਨਤ ਕਰਦੇ ਨੇ ਜਾਂ ਥੋੜੀ ਮਦਦ ਕਰਦੇ ਨੇ, ਅਗਰ ਤੁਸੀਂ 4 ਲੋਕਾਂ ਨੂੰ ਟ੍ਰੇਨਿੰਗ 'ਚ ਲੈ ਕੇ ਆਉਂਦੇ ਹੋ ਤਾਂ 5000 ਰੁਪਇਆ ਤੁਹਾਡਾ ਵਾਪਸ ਕਰ ਦਿੱਤਾ ਜਾਂਦਾ ਤੁਹਾਨੂੰ। ਤਾਂ ਇਸ ਤਰ੍ਹਾਂ ਦਾ ਇਹ ਪਲੇਟਫਾਰਮ ਹੈ। ਇੱਕ ਮਿਸ਼ਨ ਦੇ ਤੌਰ ਤੇ ਆਪਾਂ ਕੰਮ ਕਰ ਰਹੇ ਹਾਂ। ਆਪਾਂ ਸਾਰੇ ਰਲ ਕੇ ਇੱਕ ਉਪਰਾਲਾ ਕਰੀਏ ਕਿ ਸਾਡੇ ਦੇਸ਼ 'ਚੋਂ ਘੱਟੋ ਘੱਟ ਪਹਿਲਾਂ ਪੰਜਾਬ 'ਚੋਂ ਅਸੀਂ ਬਿਮਾਰੀ ਦਾ ਨਾਮੋ ਨਿਸ਼ਾਨ ਮਿਟਾ ਦਈਏ। ਅਸੀਂ ਫਿਰ ਉਦਾਂ ਦੇ ਹੱਟੇ ਕੱਟੇ ਗੱਭਰੂ ਨੌਜਵਾਨ ਹੋਣ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ, ਤੇ ਅਸੀਂ ਇੱਕ ਨਵੀਂ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹ ਸਿਹਤਮੰਦ ਪੈਦਾ ਹੋਵੇ ਔਰ ਸਿਹਤਮੰਦ ਰਹੇ, ਲੰਬੀ ਉਮਰ ਭੋਗੇ। ਇਸ ਮਿਸ਼ਨ ਨੂੰ ਲੈ ਕੇ ਆਪਾਂ ਚੱਲੇ ਹੋਏ ਆ। ਤੇ ਤੁਸੀਂ ਸਾਰੇ ਜੁੜੇ ਰਹਿੰਦੇ ਹੋ, ਦੇਖਦੇ ਹੋ, ਸੁਣਦੇ ਹੋ, ਕਮੈਂਟ ਕਰਦੇ ਹੋ। ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੇਡੀਓ ਪ੍ਰਵਾਸ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹਨੇ ਉਪਰਾਲਾ ਕੀਤਾ ਕਿ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚਾਈ ਜਾਵੇ। ਇਹਦੇ ਲਈ ਪੂਰੀ ਪ੍ਰਵਾਸ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਮਾਂ ਕੱਢਣ ਦੇ ਲਈ। ਸਾਡੇ ਲਈ ਦਿਲੋਂ ਸਤਿਕਾਰ ਔਰ ਸਾਰੇ ਸਰੋਤਿਆਂ ਔਰ ਪ੍ਰਵਾਸ ਦੀ ਪੂਰੀ ਟੀਮ ਵੱਲੋਂ ਤੁਹਾਡਾ ਸਤਿਕਾਰ ਔਰ ਧੰਨਵਾਦ ਕਰਦੇ ਹਾਂ ਕਿ ਬੜੀ ਸੋਹਣੀ ਜਾਣਕਾਰੀ ਤੁਸੀਂ ਹਰ ਹਫ਼ਤੇ ਸਾਡੇ ਨਾਲ ਸ਼ੇਅਰ ਕਰਦੇ ਹੁੰਦੇ ਹੋ। ਸੋ ਥੈਂਕ ਯੂ। ਸਤਿ ਸ਼੍ਰੀ ਅਕਾਲ ਅੱਜ ਦੇ ਦਿਨ ਤੱਕ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।